इस्लाम के कानून नूं तोड़ के ही सूबे सरहंद ने साहिबजादियां नूं शहीद कीता सी। इसलिए वो इस्लाम दा मुजरम पहला है, सिੱਖੀ दा मुजरम मगरों। सूबे सरहंद ने साहिबजादियां नूं शहीद कीता, ये हर कोई जानदा है। पर सूबे सरहंद ने साहिबजादियां नूं शहीद क्यों कीता, इस तो असी अज तक अनजान हाँ। ये वो पमा परोहत है जिहड़ा कि गुरु साहब दीयां सारियां ही लड़ाइयां ਅਤੇ ना केवल छोटे साहिबजादियां दा बल्कि चारे साहिबजादियां दा असल कातल ते असल मुजरम है। हिंदू पहाड़ी राजे ये चाहुंदे सन कि सिੱਖੀ ते खालसे नूं ताकत ना फड़न दित्ती जावे ਅਤੇ जमदिआं ही गला घुੱਟ के मार दित्ता जावे। ਅਤੇ पहाड़ी राजे राजा नूं इंज जापदा जिवें चोट नगारे ते नहीं ਉਹਨਾਂ ਦੇ ਸਿਰ ਤੇ ਮਾਰੀ ਜਾਂਦੀ ਹੈ। ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਪਹਾੜੀ ਰਾਜਾ ਨੇ ਗੁਰੂ ਸਾਹਿਬ ਤੇ ਹੱਲਾ ਬੋਲਿਆ ਸੀ। ਹੁਣ ਜਦ ਪਹਾੜੀ ਰਾਜਾ ਨੂੰ ਇਹ ਨਿਸ਼ਚਾ ਹੋ ਗਿਆ ਕਿ ਉਹ ਇਕੱਲੇ ਗੁਰੂ ਸਾਹਿਬ ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ, ਤਾਂ ਉਹਨਾਂ ਨੇ ਇੱਕ ਚਾਲ ਰਾਹੀਂ ਸੂਬੇ ਸਰਹੰਦ ਨੂੰ 20,000 ਰੁਪਈਆ ਉਸ ਸਮੇਂ ਦਾ, ਅੱਜ ਦਾ 20 ਅਰਬ ਰੁਪਈਆ ਤੇ ਬੇਸ਼ੁਮਾਰ ਕੀਮਤੀ ਤੋਹਫੇ ਦੇ ਕੇ ਉਸ ਤੋਂ ਫੌਜੀ ਮਦਦ ਮੰਗੀ। 3 ਸਾਲ ਤੱਕ ਲੜਾਈਆਂ ਚੱਲਦੀਆਂ ਰਹੀਆਂ। अंत 1700 ਦਸੰਬਰ 1704 ਵਿੱਚ ਇੱਕ ਸਮਝੌਤੇ ਦੇ ਤਹਿਤ ਗੁਰੂ ਸਾਹਿਬ ਨੇ ਕਿਲਾ ਛੱਡ ਦਿੱਤਾ ਤੇ ਸਰਸਾ ਨਦੀ ਵੱਲ ਰਵਾਨਾ ਹੋ ਗਏ। ਪਰ ਪਹਾੜੀ ਰਾਜਾ ਨੇ ਇਸ ਮੌਕੇ ਨੂੰ ਗਨੀਮਤ ਜਾਣਿਆ ਤੇ ਸੂਬੇ ਸਰਹੰਦ ਨੂੰ ਨਾਲ ਲੈ ਕੇ ਪਿੱਛੋਂ ਦੀ ਗੁਰੂ ਸਾਹਿਬ ਤੇ ਹੱਲਾ ਬੋਲ ਦਿੱਤਾ। ਕਾਜ਼ੀ ਨੇ ਜਵਾਬ ਦਿੱਤਾ ਕਿ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਵੀ ਨਹੀਂ, ਇਸਲਾਮੀ ਸ਼ਰਅ ਵਿੱਚ ਕੋਈ ਸਜ਼ਾ तजवीज़ ही नहीं की गई, कोई सज़ा है ही नहीं। बाजी हत्थों जांदी वेख के दीवान सुच्चानंद जो कि सूबे सरहंद दा खास सलाहकार सी ਅਤੇ ਅਸਲ ਵਿੱਚ ਉਹ ਪਹਾੜੀ ਰਾਜਿਆਂ ਦਾ ਹੀ ਇੱਕ ਕਰਿੰਦਾ ਸੀ, ਉਸਨੇ ਸੂਬੇ ਸਰਹੰਦ ਨੂੰ ਇਹ ਕਹਿੰਦੇ ਹੋਏ ਭੜਕਾਇਆ, ਸੱਪ ਦੇ ਬੱਚੇ ਸਪੋਲੀਏ ਹੁੰਦੇ ਹਨ, ਇਹ ਸੱਪ ਹੀ ਬਣਨਗੇ ਤੇ ਵੱਡੇ ਹੋ ਕੇ ਵੱਡਾ ਦੁੱਖ ਦੇਣਗੇ, ਇਸ ਲਈ ਇਹਨਾਂ ਨੂੰ ਹੁਣੇ ਹੀ ਖਤਮ ਕਰ ਦੇਣਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਰਸਿਮਰਨਜੋਤ ਸਿੰਘ ਅੱਜ ਉਸ ਮੁਕੱਦਸ ਧਰਤੀ ਦੇ ਉੱਤੇ, ਹਾਲਾਂਕਿ ਲੋਕ ਕਈ ਕਲੈਣੀ ਧਰਤੀ ਵੀ ਕਹਿੰਦੇ, ਪਰ ਮੈਂ ਤਾਂ ਕਹਿੰਦਾ ਕਿ ਮੁਕੱਦਸ ਧਰਤੀ ਹੈ ਜਿੱਥੋਂ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਹੋਈਆਂ, ਇਹ ਨੀਂਹ ਮਜ਼ਬੂਤ ਹੋਈ ਹੈ। ਠੰਡੇ ਬੁਰਜ ਤੇ ਅਸੀਂ ਮੌਜੂਦ ਹਾਂ ਜਿੱਥੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੁੰਦੇ ਹੈ ਔਰ ਸ਼ਹਾਦਤ ਦੀ ਉਹ ਲਸਾਨੀ ਮਿਸਾਲ ਜਿਹੜੀ ਪੂਰੀ ਦੁਨੀਆ ਦੇ ਵਿੱਚ ਲਿਖੀ ਗਈ ਉਹ ਕਿਤੇ ਹੋਰ ਨਹੀਂ ਮਿਲਦੀ। ਨਸੀਰ ਅਖਤਰ ਸਾਹਿਬ ਉਹ ਮੁਸਲਿਮ ਬੁੱਧੀਜੀਵੀ ਨੇ ਜੋ ਸਿੱਖ ਪੰਥ ਦੇ ਉੱਤੇ ਰਿਸਰਚ ਕਰਦੇ ਰਹਿੰਦੇ ਹੈ, ਹਿਸਟੋਰੀਅਨ ਨੇ, ਸਿੱਖ ਪੰਥ ਦੀਆਂ तमाम ਹਿਸਟਰੀ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਹਵਾਲਿਆਂ ਤੋਂ ਲੇਖ ਆਉਂਦੇ ਹੈ, ਕਿਤਾਬਾਂ ਲਿਖਦੇ ਰਹਿੰਦੇ ਹੈ। ਅੱਜ ਇਸ ਇਤਿਹਾਸ ਦੀ ਗੱਲ ਉਹਨਾਂ ਦੇ ਨਾਲ ਕਰਾਂਗੇ, ਸਾਹਿਬਜ਼ਾਦਿਆਂ ਦੀ ਗੱਲ ਕਰਾਂਗੇ, ਸੂਬਾ ਸਰਹੰਦ ਦੀ ਗੱਲ ਕਰਾਂਗੇ, ਨਵਾਬ ਮਲੇਰਕੋਟਲਾ ਦੀ ਗੱਲ ਕਰਾਂਗੇ ਤੇ 10ਵੇਂ ਪਿਤਾ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਾਂਗੇ। ਨਸੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਆਪਣੇ ਚੈਨਲ ਰਾਹੀਂ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਨਸੀਰ ਜੀ, ਤੁਸੀਂ ਇਹ ਗੱਲ ਕਹਿੰਦੇ ਹੋ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੇ ਪਿੱਛੇ ਸੂਬਾ ਸਰਹੰਦ ਇਕੱਲਾ ਨਹੀਂ ਹੈ, ਇਸ ਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ। ਤਾਂ ਅੱਜ ਮੈਂ ਚਾਹੁੰਦਾ ਕਿ ਸ਼ੁਰੂਆਤ ਉੱਥੋਂ ਹੀ ਹੋਵੇ ਕਿ ਤੁਹਾਡੀ ਰਿਸਰਚ ਕੀ ਹੈ ਇਹਦੇ ਉੱਤੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। मैंने अपनी पिछली इंटरव्यू ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਸੀ, ਕਿਉਂਕਿ ਇਸਲਾਮ ਦੇ ਕਾਨੂੰਨ ਨੂੰ ਤੋੜ ਕੇ ਹੀ ਸੂਬੇ ਸਰਹੰਦ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾਂ ਹੈ, ਸਿੱਖੀ ਦਾ ਮੁਜਰਮ ਮਗਰੋਂ। ਇਸ ਵਿਆਖਿਆ ਤੋਂ ਬਾਅਦ ਹੁਣ ਸਵਾਲ ਇਹ ਨਹੀਂ ਰਹਿ ਜਾਂਦਾ ਕਿ ਸੂਬੇ ਸਰਹੰਦ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਬਲਕਿ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੂਬੇ ਸਰਹੰਦ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਿਉਂ ਕੀਤਾ। ਜਦ ਤੱਕ ਇਸ ਕਿਉਂ ਤੋਂ ਪਰਦਾ ਨਹੀਂ ਚੁੱਕਿਆ ਜਾਂਦਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਇਨਸਾਫ ਅਧੂਰਾ ਹੈ, ਅਧੂਰਾ ਹੈ, ਅਧੂਰਾ ਹੈ। ਵੇਖੋ, ਚੰਨ ਚਮਕਦਾ ਹੈ, ਚੰਨ ਰੋਸ਼ਨੀ ਦਿੰਦਾ ਹੈ, ਇਹ ਹਰ ਕੋਈ ਜਾਣਦਾ ਹੈ, ਪਰ ਚੰਨ ਕਿਉਂ ਚਮਕਦਾ ਹੈ ਇਹ ਕੋਈ ਨਹੀਂ ਜਾਣਦਾ। ਜਿਸਨੇ ਇਸ ਕਿਉਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਉਹ ਇਸ ਨਤੀਜੇ ਤੇ ਪਹੁੰਚਿਆ ਕਿ ਇਹ ਚੰਨ ਦੀ ਆਪਣੀ ਰੋਸ਼ਨੀ ਨਹੀਂ ਹੈ, ਬਲਕਿ ਸੂਰਜ ਦੀ ਰੋਸ਼ਨੀ ਚੰਨ ਤੇ ਪੈਂਦੀ ਹੈ ਤੇ ਫਿਰ ਉਹੀ ਰੋਸ਼ਨੀ ਚੰਨ ਤੋਂ ਰਿਫਲੈਕਟ ਹੋ ਕੇ ਸਾਡੇ ਤੱਕ ਧਰਤੀ ਤੇ ਪਹੁੰਚ ਰਹੀ ਹੈ। ਪਰ ਆਮ ਲੋਕ ਜਿਹੜੇ ਨੇ ਉਹ ਇਸ ਧੋਖੇ ਵਿੱਚ ਨੇ ਕਿ ਇਹ ਚੰਨ ਦੀ ਆਪਣੀ ਰੋਸ਼ਨੀ ਹੈ, ਹਾਲਾਂਕਿ ਅਜਿਹਾ ਨਹੀਂ ਹੈ। ਇਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪਰਦੇ ਦੇ ਪਿੱਛੇ ਸੂਰਜ ਹੈ
ਜਿਸ ਦੀ ਰੋਸ਼ਨੀ ਹੀ ਚੰਨ ਰਾਹੀਂ ਹੋ ਕੇ ਸਾਡੇ ਤੱਕ ਪਹੁੰਚ ਰਹੀ ਹੈ। ਪਰ ਇਹ ਮਿਸਾਲ ਸੂਬਾ ਸਰਹੰਦ ਜਾਂ ਫਿਰ ਛੋਟੇ ਸਾਹਿਬਜ਼ਾਦਿਆਂ ਤੇ ਕਿਵੇਂ ਢੁਕਦੀ ਆ ਕੇ? ਬਿਲਕੁਲ ਇਸੇ ਤਰ੍ਹਾਂ ਹੀ ਸੂਬੇ ਸਰਹੰਦ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਇਹ ਹਰ ਕੋਈ ਜਾਣਦਾ ਹੈ। ਪਰ ਸੂਬੇ ਸਰਹੰਦ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਿਉਂ ਕੀਤਾ, ਇਸ ਤੋਂ ਅਸੀਂ ਅੱਜ ਤੱਕ ਅਣਜਾਣ ਹਾਂ। ਆਇਆ ਸੂਬੇ ਸਰਹੰਦ ਨੇ ਇਹ ਕਾਰਾ ਆਪਣੀ ਮਰਜ਼ੀ ਨਾਲ ਕੀਤਾ ਸੀ, ਜਾਂ ਫਿਰ ਇੱਥੇ ਵੀ ਪਰਦੇ ਦੇ ਪਿੱਛੇ ਕੋਈ ਹੋਰ ਸੂਰਤ ਸੀ, ਅਰਥਾਤ ਕੋਈ ਹੋਰ ਦੁਸ਼ਟ ਸੀ ਜਿਸ ਨੇ ਸੂਬੇ ਸਰਹੰਦ ਰਾਹੀਂ ਇਹ ਕਾਰਾ ਕਰਵਾਇਆ ਸੀ। ਆਓ ਇਸ ਸੱਚਾਈ ਨੂੰ ਜਾਣਨ ਲਈ ਅੱਜ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਪਲਟਦੇ ਹਾਂ। ਸਮਾਂ ਹੈ 1676 ਤੋਂ ਲੈ ਕੇ 1688 ਦਾ। ਅਸੀਂ ਰੁਕ ਕਰਦੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ, ਜਿਸ ਦੇ ਆਲੇ ਦੁਆਲੇ ਹਿੰਦੂ ਪਹਾੜੀ ਰਾਜਿਆਂ ਦੀ ਰਿਆਸਤਾਂ ਸਨ, ਜੋ ਕਿ ਪ੍ਰਿਤਮਾ ਪੂਜਣ ਵਾਲੇ ਅਰਥਾਤ ਮੂਰਤੀ ਪੂਜਕ ਸਨ। ਇਤਿਹਾਸ ਦੱਸਦਾ ਹੈ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਹੀ ਸ਼ਾਂਤਮਈ ਢੰਗ ਨਾਲ ਆਪਣੇ ਮਿਸ਼ਨ ਅਰਥਾਤ ਇੱਕ ਰੱਬ ਦੀ ਪੂਜਾ ਦੇ ਉਪਦੇਸ਼ ਵਿੱਚ ਰੁੱਝੇ ਹੋਏ ਸਨ। ਇਹ ਕਿਹੜੇ ਸੰਨ 1676 ਤੋਂ ਲੈ ਕੇ 1688 ਤੱਕ? ਇਸ ਦੌਰਾਨ ਕੋਈ ਜੰਗ ਨਹੀਂ ਹੋਈ? ਗੁਰੂ ਸਾਹਿਬ ਨੇ ਕੋਈ ਜੰਗ ਨਹੀਂ ਲੜੀ? 1888 ਚ 1688 ਪਹਿਲੀ ਜੰਗ ਲੜੀ ਗਈ ਸੀ। ਮੈਂ ਉਸੇ ਗੱਲ ਤੇ ਆ ਰਿਹਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਹੀ ਸ਼ਾਂਤਮਈ ਢੰਗ ਨਾਲ ਆਪਣੇ ਮਿਸ਼ਨ ਅਰਥਾਤ ਇੱਕ ਰੱਬ ਦੀ ਪੂਜਾ ਦੇ ਉਪਦੇਸ਼ ਵਿੱਚ ਰੁੱਝੇ ਹੋਏ ਸਨ, ਤੇ ਪਹਾੜੀ ਰਿਆਸਤਾਂ ਦੇ ਲੋਕ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਮਿਸ਼ਨ ਨਾਲ ਜੁੜਦੇ ਜਾ ਰਹੇ ਸਨ। ਪਰ ਇਹ ਗੱਲ ਪਹਾੜੀ ਰਿਆਸਤਾਂ ਦੇ ਇੱਕ ਵੱਡੇ ਪੁਰੋਹਿਤ ਪੰਮੇ ਪੁਰੋਹਿਤ ਤੋਂ ਸਹਿਣ ਨਾ ਹੋਈ, ਅਤੇ ਉਸਨੇ ਗੁਰੂ ਸਾਹਿਬ ਦੇ ਵਿਰੁੱਧ ਪਹਾੜੀ ਰਾਜੇ ਨੂੰ ਉਕਸਾਇਆ ਤੇ ਲਾਮਬੰਦ ਹੋਣ ਲਈ ਕਿਹਾ। ਇਹ ਪੰਮਾ ਪੁਰੋਹਿਤ ਕੌਣ ਸੀ? ਇਹਦਾ ਨਾਂ ਇਤਿਹਾਸ 'ਚ ਅਸੀਂ ਬਹੁਤ ਘੱਟ ਸੁਣਿਆ ਹੀ ਨਹੀਂ, ਅਸੀਂ ਪਹਿਲੀ ਵਾਰ ਸੁਣ ਰਹੇ ਹਾਂ। ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਰਤ 6 ਅੰਸੂ 28 ਪੰਨਾ ਨੰਬਰ 1844 ਦੇ ਦਰਜੇ ਦਾ ਹਵਾਲਾ ਹੈ, ਸੂਰਜ ਪ੍ਰਕਾਸ਼ ਵਿੱਚ। ਸੂਰਜ ਪ੍ਰਕਾਸ਼ ਚ ਤੋ ਇਹ ਤੋਂ ਇਹ ਕਲੀਅਰ ਹੁੰਦਾ ਹੈ ਕਿ ਮੇਰੇ ਖਿਆਲ ਵਿੱਚ ਅੱਜ 99.9% ਦਰਸ਼ਕ ਪਹਿਲੀ ਵਾਰ ਇਸ ਪੰਮੇ ਪੁਰੋਹਿਤ ਦਾ ਨਾਮ ਸੁਣ ਰਹੇ ਹੋਣਗੇ। ਮੈਂ ਵੀ ਨਹੀਂ ਸੁਣਿਆ, ਅਸੀਂ ਸੁਣਿਆ ਨਹੀਂ ਇਹ ਨਾਮ। ਇਹ ਉਹ ਪੰਮਾ ਪੁਰੋਹਿਤ ਹੈ ਜਿਹੜਾ ਕਿ ਗੁਰੂ ਸਾਹਿਬ ਦੀਆਂ ਸਾਰੀਆਂ ਹੀ ਲੜਾਈਆਂ ਅਤੇ ਨਾ ਕੇਵਲ ਛੋਟੇ ਸਾਹਿਬਜ਼ਾਦਿਆਂ ਦਾ ਬਲਕਿ ਚਾਰੇ ਸਾਹਿਬਜ਼ਾਦਿਆਂ ਦਾ ਅਸਲ ਕਾਤਲ ਤੇ ਅਸਲ ਮੁਜਰਮ ਹੈ। ਉਹ ਕਿਵੇਂ? पर्दे के पीछे छुपे बैठे हैं जो पर्दे के पीछे छुपे बैठे हैं जो मेरे गुरु के साहिबजादों के असल कातिल हैं वो। इस तरह पंमे पुरोहित दे धर्म की बुनियाद पर भड़काए हुए राजे गुरु साहब ते सिखां दे विरोधी हो गए। जीवन कथा पन्ना नंबर 85, जफरनामा स्ट्रीक पन्ना नंबर 14 ते उन्होंने रल के गुरु साहब ते हल्ला बोल दिता। 18 ਸਤੰਬਰ 1688 ਦਾ ਦਿਨ ਹੈ, ਭੰਗਾਣੀ ਦਾ ਮੈਦਾਨ ਹੈ। ਦੋਵੇਂ ਫੌਜਾਂ ਆਮਣੇ ਸਾਹਮਣੇ ਨੇ। ਇੱਕ ਪਾਸੇ ਗੁਰੂ ਸਾਹਿਬ ਦੀ ਫੌਜ ਹੈ ਸਿੰਘਾਂ ਦੀ ਅਗਵਾਈ 'ਚ, ਗੁਰੂ ਸਾਹਿਬ ਦੀ ਫੌਜ ਹੈ ਸਿੰਘਾਂ ਦੀ ਅਗਵਾਈ 'ਚ ਗੁਰੂ ਸਾਹਿਬ ਦੀ ਫੌਜ ਹੈ, ਤੇ ਦੂਸਰੇ ਪਾਸੇ ਹਿੰਦੂ ਪਹਾੜੀ ਰਾਜਾਂ ਦੀ ਫੌਜ ਹੈ। ਲੜਾਈ ਦਾ ਬਿਗਲ ਵੱਜਦਾ ਤੇ 500 ਸਾਧੂ ਜਿਹੜੇ ਗੁਰੂ ਸਾਹਿਬ ਦੀਆਂ ਰੋਟੀਆਂ ਤੇ ਪਲ ਕੇ ਡਾਢੇ ਮੋਟੇ ਹੋਏ ਸਨ ਸਮੇਂ ਸਿਰ ਮੈਦਾਨ 'ਚੋਂ ਨੱਸ ਜਾਂਦੇ ਨੇ। ਜਦ ਇਹ ਖਬਰ ਸੰਡੌਰਾ ਸ਼ਰੀਫ ਦੇ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਦੀ ਹੈ ਤਾਂ ਉਹ ਆਪਣੇ 2000 ਮੁਸਲਮਾਨ ਮੁਰੀਦਾਂ ਨੂੰ ਲੈ ਕੇ ਇਸ ਭੀੜ ਸਮੇਂ ਪਹੁੰਚਦਾ ਗੁਰੂ ਸਾਹਿਬ ਦੀ ਮਦਦ ਲਈ ਮੈਦਾਨ ਜੰਗ ਵਿੱਚ ਆ ਨਿਕਲਦਾ ਹੈ ਤੇ ਗੁਰੂ ਸਾਹਿਬ ਦਾ ਜ਼ੋਰਦਾਰ ਸਾਥ ਦਿੰਦਾ ਹੈ ਅਤੇ ਗੁਰੂ ਸਾਹਿਬ ਨੂੰ ਜਿੱਤ ਪ੍ਰਾਪਤ ਹੁੰਦੀ ਹੈ। ਪਰ ਇਸ ਲੜਾਈ ਵਿੱਚ ਪੀਰ ਬੁੱਧੂ ਸ਼ਾਹ ਦੇ ਆਪਣੇ ਘਰ ਦੇ 8 ਜੀ, ਜਿਸ ਦੇ ਵਿੱਚੋਂ ਉਸਦੇ ਪੁੱਤਰ, ਭਰਾ ਤੇ ਭਤੀਜੇ ਸਨ, ਤੇ 700 ਮੁਸਲਮਾਨ ਮੁਰੀਦ ਗੁਰੂ ਸਾਹਿਬ ਵੱਲੋਂ ਹੋ ਕੇ ਲੜਦੇ ਹੋਏ ਮਾਰੇ ਜਾਂਦੇ ਨੇ। ਤਵਾਰੀ ਗੁਰੂ ਖਾਲਸਾ ਉਰਦੂ ਪੰਨਾ ਨੰਬਰ 158, ਜੀਵਨ ਕਥਾ ਗੁਰੂ ਗੋਬਿੰਦ ਸਿੰਘ ਜੀ ਪੰਨਾ ਨੰਬਰ 121। ਪਰ ਇਹ ਗੱਲ ਅਸੀਂ ਕਰ ਰਹੇ ਸੀਗੇ, ਤੁਸੀਂ ਪੁਰੋਹਿਤ ਦੀ ਗੱਲ ਕੀਤੀ ਹੈ, ਪੰਮਾ ਪੁਰੋਹਿਤ, ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਉਹ ਪੰਮਾ ਪੁਰੋਹਿਤ ਕੌਣ ਸੀਗਾ? ਇਹ ਪੰਮਾ ਪੁਰੋਹਿਤ ਜਿਹੜੇ ਪਹਾੜੀ ਰਾਜੇ ਥੇ, ਜਿਹੜੀਆਂ ਰਿਆਸਤਾਂ ਸੀ, ਉਹਨਾਂ ਦਾ ਇੱਕ ਵੱਡਾ ਪੁਰੋਹਿਤ ਸੀਗਾ ਜਿਹਨਾਂ ਨੂੰ ਲੈ ਕੇ ਉਹ ਅੱਗੇ ਚੱਲਦੇ ਸੀ, ਜਿਹੜਾ ਉਪਦੇਸ਼ ਦਿੰਦੇ ਸੀਗੇ। ਉਹਨੇ ਜਦੋਂ ਦੇਖਿਆ ਕਿ ਉਹ ਪੰਮਾ ਪੁਰੋਹਿਤ ਜਿਹੜਾ ਸੀ ਉਹਨੇ ਪਹਾੜੀ ਰਾਜਿਆਂ ਨੂੰ ਲਾਮਬੰਦ ਕੀਤਾ ਹੋਇਆ, ਇਕੱਠੇ ਕੀਤਾ ਸੀਗਾ, ਉਹਦਾ ਕਾਰਨ ਕੀ ਸੀ? ਉਹ ਗੁਰੂ ਸਾਹਿਬ ਦੇ ਅਗੇਂਸਟ ਜਿਹੜਾ ਸਾਜ਼ਿਸ਼ ਕਿਉਂ ਰਚ ਰਿਹਾ ਸੀ? ਪਹਾੜੀ ਰਾਜੇ ਜਿਹੜੇ ਸੀਗੇ ਲੋਕ, ਰਿਆਸਤਾਂ ਦੇ ਲੋਕ, ਉਹ ਗੁਰੂ ਸਾਹਿਬ ਦੇ ਮਿਸ਼ਨ ਨਾਲ ਅਰਥਾਤ ਸਿੱਖੀ ਨਾਲ ਜੁੜਦੇ ਚਲੇ ਜਾ ਰਹੇ ਸਨ। ਔਰ ਇਹਦੇ ਵਿੱਚ ਇਹ ਵੱਡਾ ਸਵਾਲ ਆਉਂਦਾ ਕਿ ਤੁਸੀਂ ਕਿਹਾ ਕਿ ਅਸਲ ਸਾਜ਼ਿਸ਼ ਉਹਦੀ ਸੀ ਤੇ ਸੂਬਾ ਸਰਹੰਦ ਸਿਰਫ ਇੱਕ ਮੈਂ ਚਾਹਣਾ ਕਿ ਉਹਦੇ ਤੇ ਥੋੜਾ ਤੁਸੀਂ, ਫਿਰ ਮੇਰੇ ਸਵਾਲ ਨੇ ਕੁਝ। ਇਸ ਜੰਗ ਤੋਂ ਬਾਅਦ ਕੁਝ ਗੱਲਾਂ ਖੁੱਲ੍ਹ ਕੇ ਸਾਡੇ ਸਾਹਮਣੇ ਆਉਂਦੀਆਂ ਨੇ। ਪਹਿਲੀ ਗੱਲ ਤਾਂ ਇਹ
ਭੰਗਾਣੀ ਦੀ ਲੜਾਈ ਗੁਰੂ ਸਾਹਿਬ ਦੇ ਜੀਵਨ ਦੀ ਸਭ ਤੋਂ ਪਹਿਲੀ ਲੜਾਈ ਸੀ, ਜੋ ਕਿ ਗੁਰੂ ਸਾਹਿਬ ਤੇ ਹਿੰਦੂ ਪਹਾੜੀ ਰਾਜਿਆਂ ਦੇ ਵਿਚਕਾਰ ਲੜੀ ਗਈ ਸੀ। ਤੇ ਇਹੋ ਲੜਾਈ ਬਾਕੀ ਦੀਆਂ ਸਾਰੀਆਂ ਲੜਾਈਆਂ ਦਾ ਕਾਰਨ ਬਣੀ। ਨੰਬਰ 2, ਭੰਗਾਣੀ ਦੀ ਇਹ ਲੜਾਈ ਖਾਲਸ ਧਰਮ ਦੀ ਬੁਨਿਆਦ ਤੇ ਲੜੀ ਗਈ ਸੀ। ਜਿਵੇਂ ਕਿ ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਸੁਧਾਰਕ ਦੇ ਪੰਨਾ ਨੰਬਰ 153 ਤੇ ਲਿਖਦੇ ਨੇ, गुरु साहब का पहाड़ी राजाओं के साथ नीति संबंधी कोई विवाद न था, केवल धर्म के असूल पर विरोध होकर जंग हुआ। नंबर 3, मुसलमानों का जस समय की हुकूमत का इस लड़ाई नाल कोई लेना देना नहीं सी। मुसलमान तो पीर बुद्धू शाह की अगवाई च गुरु साहब की मदद लई शामिल होए सन। ਪਰ ਸੂਬਾ ਸਰਹੰਦ ਵਰਗਿਆਂ ਨੇ ਤਾਂ ਸਾਥ ਦਿੱਤਾ ਬਾਅਦ ਪਹਾੜੀ ਰਾਜਿਆਂ ਦਾ। ਔਰੰਗਜ਼ੇਬ ਦੀ ਭੂਮਿਕਾ ਤੇ ਸਵਾਲ ਆਉਂਦਾ ਹੈ ਕਿ ਔਰੰਗਜ਼ੇਬ ਉੱਤੋਂ ਪਹਾੜੀ ਰਾਜਿਆਂ ਨੂੰ ਸਪੋਰਟ ਕਰ ਰਿਹਾ ਸੀ ਤਾਂ ਹੀ ਜਾ ਕੇ ਜੰਗਾਂ ਹੋਈਆਂ। ਨਹੀਂ, ਮੈਂ ਦੱਸ ਉਹੀ ਗੱਲ ਤੇ ਆ ਰਿਹਾ ਮੈਂ। ਹੁਣ ਅਸੀਂ ਇਸ ਲੜਾਈ ਦੇ ਮੁੱਢਲੇ ਕਾਰਨਾਂ ਤੇ ਝਾਤ ਮਾਰਦੇ ਹਾਂ, ਕਿਉਂਕਿ ਗੁਰੂ ਸਾਹਿਬ ਬੁੱਤ ਪ੍ਰਸਤੀ ਦੇ ਕੱਟੜ ਵਿਰੋਧੀ ਸਨ। ਜਿਵੇਂ ਕਿ ਆਪ ਦਾ ਫਰਮਾਨ ਹੈ ਜਫਰਨਾਮੇ ਵਿੱਚ, ਮਨਮ ਕੁਸ਼ਤਨਮ ਕੋਹੀਆ ਪੁਰਫਿਤਨ, ਕਿ ਉਹ ਬੁੱਤ ਪ੍ਰਸਤਨ ਮਨ ਬੁੱਤ ਸ਼ਿਕਨ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮੇਰੀ ਲੜਾਈਆਂ ਪਹਾੜੀ ਰਾਜਿਆਂ ਨੇ ਇਸ ਲਈ ਨੇ ਕਿ ਉਹ ਮੂਰਤੀ ਪੂਜਕ ਨੇ ਤੇ ਮੈਂ ਮੂਰਤੀ ਪੂਜਾ ਦਾ ਵਿਰੋਧੀ ਹਾਂ। ਇਹ ਸੀ ਬੁਨਿਆਦ। ਇਸ ਲਈ ਹਿੰਦੂ ਪਹਾੜੀ ਰਾਜੇ ਇਹ ਚਾਹੁੰਦੇ ਸਨ ਕਿ ਸਿੱਖੀ ਤੇ ਖਾਲਸੇ ਨੂੰ ਤਾਕਤ ਨਾਲ ਫੜਨ ਦਿੱਤੀ ਜਾਵੇ ਅਤੇ ਜੰਮਦਿਆਂ ਹੀ ਗਲਾ ਘੁੱਟ ਕੇ ਮਾਰ ਦਿੱਤਾ ਜਾਵੇ। ਇਹ ਸਭ ਤੋਂ ਵੱਡਾ ਕਾਰਨ ਸੀ। ਪਰ ਇਹ ਮੇਰਾ ਇੱਕ ਸਵਾਲ ਹੈ ਇੱਥੇ ਮੈਂ ਫਿਰ ਸਵਾਲ ਲੈ ਲਾਂ ਪਹਿਲਾਂ ਕਿ 9ਵੇਂ ਪਾਤਸ਼ਾਹ ਜੰਜੂ ਦੀ ਰਾਖੀ ਵਾਸਤੇ ਸ਼ਹਾਦਤ ਪ੍ਰਾਪਤ ਕਰ ਦਿੰਦੇ ਹੈ, ਦੂਜੇ ਧਰਮ ਨੂੰ ਬਚਾਉਣ ਵਾਸਤੇ ਸਿੱਖ ਪੰਥ ਦੇ ਵਿੱਚ ਸ਼ਹੀਦੀ ਹੁੰਦੀ ਹੈ, ਤਾਂ ਗੁਰੂ ਸਾਹਿਬ ਬੁੱਤ ਦੀ ਢਾਉਣ ਵਾਸਤੇ ਜਾਂ ਬੁੱਤ ਦੇ ਖਿਲਾਫ ਜੰਗ ਕਿਵੇਂ ਕਰਨਗੇ? ਮੇਰਾ ਇਹ ਸਵਾਲ ਹੈ ਤੁਹਾਨੂੰ। ਨਹੀਂ, ਗੁਰੂ ਸਾਹਿਬ ਦਾ ਦੇਖੋ ਕਿ ਤੁਸੀਂ ਆਧਾਰ ਕਹਿ ਰਹੇ ਹੋ ਕਿ ਕਿਉਂਕਿ ਉਹ ਕਹਿ ਰਿਹਾ ਕਿ ਮੈਂ ਬੁੱਤ ਪ੍ਰਸਤੀ ਦੇ ਖਿਲਾਫ ਹਾਂ, ਮੈਂ ਬੁੱਤ ਨਹੀਂ ਪੂਜ ਸਕਦਾ ਤੇ ਤੁਸੀਂ ਬੁੱਤ ਪੂਜਦੇ ਹੋ ਤਾਂ ਕਰਕੇ ਜੰਗ। ਮੈਨੂੰ ਥੋੜਾ ਜਿਹਾ ਇਹ ਲੌਜਿਕ ਨਹੀਂ ਲੱਗ ਰਿਹਾ ਤੁਹਾਡੀ ਗੱਲ ਦਾ। ਜਦੋਂ ਇਤਿਹਾਸ ਦੇ ਉੱਪਰ ਗੁਰੂ ਸਾਹਿਬ ਦਾ ਫਰਮਾਨ ਆ ਜਾਂਦਾ ਫਿਰ ਇਤਿਹਾਸ ਖਤਮ ਹੋ ਜਾਂਦਾ ਹੈ। ਗੁਰੂ ਸਾਹਿਬ ਦਾ ਆਪਣਾ ਫਰਮਾਨ ਹੈ, ਮਨਮ ਮੇਰੀਆਂ ਕੁਸ਼ਤਨਮ ਲੜਾਈਆਂ ਨੇ ਕੋਹੀਆ ਪਹਾੜੀ ਰਾਜਾ। ਪਰ ਇਹ ਤਾਂ ਵਿਚਾਰਧਾਰਕ ਮਤਭੇਦ ਸੀ ਨਾ। ਸਿੱਖ ਧਰਮ 'ਚ ਕਿਤੇ ਵੀ ਇਹ ਅੱਜ ਤੱਕ ਕੋਈ ਐਗਜ਼ਾਮਪਲ ਨਹੀਂ ਆਉਂਦੀ ਕਿ ਕਿਸੇ ਗੁਰੂ ਨੇ ਜਾਂ ਕਿਸੇ ਸਿੱਖ ਰਾਜੇ ਨੇ ਕਦੇ ਕੋਈ ਬੁੱਤ ਢਾਇਆ ਹੋਵੇ, ਕੋਈ ਮੰਦਿਰ ਢਾਇਆ ਹੋਵੇ ਜਾਂ ਕਿਸੇ ਦੇ ਖਿਲਾਫ ਗਏ ਹੋਣ। ਇਹ ਤਾਂ ਵਿਚਾਰਧਾਰਕ ਮਤਭੇਦ ਹੈ ਸਿਰਫ। ਜੰਗਾਂ ਕਿਵੇਂ ਹੋ ਸਕਦੀਆਂ? ਸਿੱਖੀ ਦੀ ਜਿਹੜੀ ਬੁਨਿਆਦ ਰੱਖੀ ਸੀ ਸ੍ਰੀ ਗੁਰੂ ਨਾਨਕ ਸਾਹਿਬ ਨੇ, ਉਹ ਇਸੇ ਤੇ ਰੱਖੀ ਸੀ। ਇੱਕ ਓਂਕਾਰ ਦਾ ਜਿਹੜਾ ਅਰਥ ਹੈ, ਮਿਸਟਰ ਮੈਕਾਲਫ ਹੋਏ ਨੇ ਪ੍ਰਸਿੱਧ ਅੰਗਰੇਜ਼ ਸਕਾਲਰ, ਉਹਨਾਂ ਨੇ ਅਰਥ ਇਹਦਾ ਹੀ ਕੀਤਾ, ਦੇਅਰ ਇਜ਼ ਨੋ ਅਦਰ ਬਟ ਵਨ ਗੋਡ। ਸਿੱਖੀ ਦੀ ਨੀਂਹ ਇਸ ਰੱਖੀ ਗਈ ਹੈ। ਇਸੇ ਕਰਕੇ ਗੁਰੂ ਸਾਹਿਬ ਦਾ ਆਸਾ ਮੁਹੱਲਾ ਪਹਿਲਾ ਅੰਗ 350 ਤੇ ਫਰਮਾਨ ਹੈ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਉਹ ਰੱਬ ਇੱਕ ਹੀ ਹੈ। ਫਿਰ ਜ਼ੋਰ ਦੇ ਕੇ ਕਹਿੰਦੇ ਹਾਂ ਭਾਈ ਉਹ ਇੱਕੋ ਇੱਕ ਹੈ। ਇਹੀ ਤਾਂ ਬੁਨਿਆਦ ਸੀ। ਪਰ ਤੁਸੀਂ ਕੀ ਸੋਚਦੇ ਹੋ ਜੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਾਡੇ ਤੱਕ ਹੁਣ ਤੱਕ ਹਿਸਟਰੀ 'ਚ ਤਾਂ ਇਹ ਵੱਡਾ ਕਾਰਨ ਹੈ ਕਿ ਜਦੋਂ ਸੂਬਾ ਸਰਹੰਦ ਕਹਿੰਦਾ ਕਿ ਆਪਣਾ ਦੀਨ ਬਦਲ ਲਓ, ਆਪਣਾ ਈਮਾਨ ਬਦਲ ਲਓ ਤੇ ਤੁਸੀਂ ਮੁਸਲਮਾਨ ਬਣ ਜਾਓ, ਤੇ ਉਹਨਾਂ ਨੇ ਕਬੂਲ ਨਹੀਂ ਕੀਤਾ ਕਿ ਅਸੀਂ ਮਰਨਾ ਮਨਜ਼ੂਰ ਹੈ ਪਰ ਮੁਸਲਮਾਨ ਬਣਨਾ ਸਾਨੂੰ ਜਬਰਨ, ਇਸ ਤਰ੍ਹਾਂ ਅਸੀਂ ਧਰਮ ਪਰਿਵਰਤਨ ਕਰਨਾ ਮਨਜ਼ੂਰ ਨਹੀਂ ਹੈ। ਦੇਖੋ, ਇਸਲਾਮ ਦਾ ਇਹ ਲਾ ਹੈ, ਲਾ ਇਕਰਾਹ ਫਿੱਦੀਨ। ਤੁਸੀਂ ਕਿਸੇ ਨੂੰ ਇਸਲਾਮ ਲਈ ਜ਼ਬਰਦਸਤੀ ਕਹਿ ਹੀ ਨਹੀਂ ਸਕਦੇ। ਅਗਰ ਉਹ ਕਹਿੰਦਾ ਤਾਂ ਮੁਜਰਮ ਹੈ ਇਸਲਾਮ ਦਾ। ਪਹਿਲੀ ਗੱਲ। ਦੂਸਰੀ ਗੱਲ, ਮੈਂ ਜਿਹੜੇ ਬੁੱਢਲੇ ਕਾਰਨ ਦੀ ਗੱਲ ਕਰ ਰਿਹਾ ਸੀ, ਦੂਸਰਾ ਕਾਰਨ ਕੀ ਸਾ ਇਹ ਲੜਾਈਆਂ ਦਾ? ਗੁਰੂ ਸਾਹਿਬ ਦੀ ਸ਼ਾਨ ਤੇ ਸ਼ਾਹੀ ਠਾਠ ਬਾਠ ਨੂੰ ਦੇਖ ਕੇ ਹਿੰਦੂ ਪਹਾੜੀ ਰਾਜੇ ਬਹੁਤ ਸਾੜਾ ਕਰਦੇ ਸਨ। ਗੁਰੂ ਸਾਹਿਬ ਨੇ ਇੱਕ ਨਗਾਰਾ ਰੱਖਿਆ ਸੀ, ਉਹਨੂੰ ਰਣਜੀਤ ਨਗਾਰਾ ਕਿਹਾ ਜਾਂਦਾ। ਜਦ ਉਸ ਨਗਾਰੇ ਦੇ ਚੋਟ ਲਾਈ ਜਾਂਦੀ ਤਾਂ ਸਾਰੇ ਪਹਾੜ ਗੂੰਜ ਉੱਠਦੇ ਅਤੇ ਪਹਾੜੀ ਰਾਜਿਆਂ ਨੂੰ ਇੰਜ ਜਾਪਦਾ ਜਿਵੇਂ ਚੋਟ ਨਗਾਰੇ ਤੇ ਨਹੀਂ, ਉਹਨਾਂ ਦੇ ਸਿਰ ਤੇ ਮਾਰੀ ਜਾਂਦੀ ਹੈ। ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਤੇ ਹੱਲਾ ਬੋਲਿਆ ਸੀ। ਇਹ ਤੁਹਾਡੇ ਸ਼ਬਦ ਹੈ ਜਾਂ ਇਹ ਵੀ ਕਿਸੇ? ਇਹ ਭਾਈ ਨਰਿੰਦਰ ਸਿੰਘ ਭਲੇਰ ਲਿਖਦੇ ਨੇ, ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, ਪੰਨਾ ਨੰਬਰ 33 ਤੇ। ਪੰਨਾ ਨੰਬਰ 33 ਤੇ। ਅੱਗੇ ਮੈਂ ਹੁਣ ਚੱਲਦਾ। ਭੰਗਾਣੀ ਦੀ ਇਸ ਲੜਾਈ ਤੋਂ ਮਿਲੀ ਸ਼ਰਮਨਾਕ ਹਾਰ ਦੇ ਕਾਰਨ ਪਹਾੜੀ ਰਾਜੇ ਹੁਣ ਹਰ ਹਾਲਤ ਵਿੱਚ ਗੁਰੂ ਸਾਹਿਬ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਵੀ ਲੈਣਾ ਚਾਹੁੰਦੇ ਸਨ। ਇਸ ਲਈ ਕੁਝ ਸਮੇਂ ਬਾਅਦ ਉਹਨਾਂ ਨੇ ਫਿਰ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਹੱਲਾ ਬੋਲਿਆ ਤੇ ਫਿਰ ਉਹਨਾਂ ਨੂੰ ਲੜਾਈ ਦਾ ਹਾਰ ਦਾ ਮੂੰਹ ਵੇਖਣਾ ਪਿਆ। ਇਸ ਤਰ੍ਹਾਂ ਕਰਦੇ ਹੋਏ 1676 ਤੋਂ ਲੈ ਕੇ 1688 ਤੋਂ ਲੈ ਕੇ 1701 ਦੇ ਸ਼ੁਰੂ ਤੱਕ ਕਈ ਵਾਰ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਤੇ ਹੱਲਾ ਬੋਲਿਆ ਤੇ ਹਰ ਵਾਰ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਹੁਣ ਜਦ ਪਹਾੜੀ ਰਾਜਿਆਂ ਨੂੰ ਇਹ ਨਿਸ਼ਚਾ ਹੋ ਗਿਆ ਕਿ ਉਹ ਇਕੱਲੇ ਗੁਰੂ ਸਾਹਿਬ ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ, ਤਾਂ ਉਹਨਾਂ ਨੇ ਇੱਕ ਚਾਲ ਰਾਹੀਂ
ਹੁਣ ਆ ਗਿਆ ਸੂਬੇ ਸਰਹੰਦ ਦਾ। ਸੂਬੇ ਸਰਹੰਦ ਨੂੰ 20,000 ਰੁਪਈਆ ਉਸ ਸਮੇਂ ਦਾ, ਅੱਜ ਦਾ 20 ਅਰਬ ਰੁਪਈਆ ਤੇ ਬੇਸ਼ੁਮਾਰ ਕੀਮਤੀ ਤੋਹਫੇ ਦੇ ਕੇ ਉਸ ਤੋਂ ਫੌਜੀ ਮਦਦ ਮੰਗੀ। ਆਪਣੀ ਇਸ ਸ਼ਾਤਰ ਚਾਲ ਨਾਲ ਪਹਾੜੀ ਰਾਜਾ ਨੇ ਉਸ ਸਮੇਂ ਦੀ ਹਕੂਮਤ ਨੂੰ ਇਹਨਾਂ ਲੜਾਈਆਂ ਵਿੱਚ ਖਿੱਚ ਲਿਆ। ਨਹੀਂ ਤਾਂ ਇਸ ਤੋਂ ਪਹਿਲਾਂ ਦੀਆਂ ਸਾਰੀਆਂ ਲੜਾਈਆਂ ਕੇਵਲ ਗੁਰੂ ਸਾਹਿਬ ਤੇ ਹਿੰਦੂ ਪਹਾੜੀ ਰਾਜਿਆਂ ਵਿੱਚ ਲੜੀਆਂ ਗਈਆਂ ਸਨ। ਤਵਾਰੀ ਗੁਰੂ ਖਾਲਸਾ ਪੰਨਾ ਨੰਬਰ 153, ਜਫਰਨਾਮਾ ਸਟ੍ਰੀਕ ਪੰਨਾ ਨੰਬਰ 6, ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ ਪੰਨਾ ਨੰਬਰ 33। ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਹਕੂਮਤ ਸੀਗੀ ਔਰੰਗਜ਼ੇਬ ਦੀ, ਉਹਦਾ ਔਰ ਸਿੱਖ ਪੰਥ ਦਾ, ਦਸਮ ਪਿਤਾ ਦਾ, 9ਵੇਂ ਪਾਤਸ਼ਾਹੀ ਦਾ ਜੋ ਇਤਿਹਾਸ ਸੀਗਾ, ਉਹ ਆਪਸੀ ਮਤਭੇਦ ਜਿਹੜੇ ਵਿਚਾਰਧਾਰਕ ਸੀਗੇ ਉਹ ਇਸ ਲੜਾਈ ਦਾ ਕਾਰਨ ਨਹੀਂ ਬਣੇ। ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਦੱਸਣਾ ਕਿ ਅੱਗੇ ਆ ਰਿਹਾ ਹਾਂ ਗੱਲ ਤੋਂ। ਹੁਣ ਜਦੋਂ ਸੂਬਾ ਸਰਹੰਦ ਪਹਾੜੀ ਰਾਜਾ ਨਾਲ ਮਿਲ ਗਿਆ ਤਾਂ ਪਹਾੜੀ ਰਾਜਾ ਦਾ ਪੱਲਾ ਭਾਰੀ ਹੋ ਗਿਆ ਤੇ 1701 ਵਿੱਚ ਪਹਾੜੀ ਰਾਜਾ ਨੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰ ਲਿਆ। 3 ਸਾਲ ਤੱਕ ਲੜਾਈਆਂ ਚੱਲਦੀਆਂ ਰਹੀਆਂ। ਅੰਤ ਦਸੰਬਰ 1704 ਵਿੱਚ ਇੱਕ ਸਮਝੌਤੇ ਦੇ ਤਹਿਤ ਗੁਰੂ ਸਾਹਿਬ ਨੇ ਕਿਲਾ ਛੱਡ ਦਿੱਤਾ ਤੇ ਸਰਸਾ ਨਦੀ ਵੱਲ ਰਵਾਨਾ ਹੋ ਗਏ। ਪਰ ਪਹਾੜੀ ਰਾਜਾ ਨੇ ਇਸ ਮੌਕੇ ਨੂੰ ਗਨੀਮਤ ਜਾਣਿਆ ਤੇ ਸੂਬੇ ਸਰਹੰਦ ਨੂੰ ਨਾਲ ਲੈ ਕੇ ਪਿੱਛੋਂ ਦੀ ਗੁਰੂ ਸਾਹਿਬ ਤੇ ਹੱਲਾ ਬੋਲ ਦਿੱਤਾ। ਸਰਸਾ ਨਦੀ ਤੇ ਜਾ ਕੇ ਪਰਿਵਾਰ ਵਿਛੋੜਾ ਪੈ ਗਿਆ ਅਤੇ ਗੰਗੂ ਦੁਸ਼ਟ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਾ ਕੇ ਸੂਬੇ ਸਰਹੰਦ ਪਾਸ ਭਜਵਾ ਦਿੱਤਾ। ਹੁਣ ਸੂਬੇ ਸਰਹੰਦ ਦੀ ਕਚਹਿਰੀ 'ਚ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਤਾਂ ਸੂਬੇ ਸਰਹੰਦ ਨੇ ਕਾਜ਼ੀ ਨੂੰ ਪੁੱਛਿਆ ਕਿ ਇਸਲਾਮੀ ਸ਼ਰਅ ਅਨੁਸਾਰ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ, ਜਿਹੜੀ ਤੁਸੀਂ ਧਰਮ ਦੀ ਗੱਲ ਕਰਦੇ ਹੋ। ਇਤਿਹਾਸ ਗਵਾਹ ਹੈ, ਕਾਜ਼ੀ ਨੇ ਜਵਾਬ ਦਿੱਤਾ ਕਿ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਵੀ ਨਹੀਂ, ਇਸਲਾਮੀ ਸ਼ਰਅ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ, ਕੋਈ ਸਜ਼ਾ ਹੈ ਹੀ ਨਹੀਂ। ਪਰ ਅਸੀਂ ਤਾਂ ਇਹ ਸੁਣਿਆ ਕਿ ਕਾਜ਼ੀ ਨੇ ਫਤਵਾ ਜਾਰੀ ਕੀਤਾ ਕਿ ਨੀਹਾਂ ਦੇ ਵਿੱਚ ਬੱਚਿਆਂ ਨੂੰ ਚਿਣ ਦਿੱਤਾ ਜਾਵੇ। ਉਹ ਹਵਾਲਾ ਦਿਓ, ਸੁਣੀ ਸੁਣਾਈ ਗੱਲ ਨਹੀਂ, ਐਵੀਡੈਂਸ ਚਾਹੀਦਾ, ਹਵਾਲਾ ਚਾਹੀਦਾ। ਹੁਣ ਜਦੋਂ ਫਿਰ ਸੂਬੇ ਸਰਹੰਦ ਨੇ ਉੱਥੇ ਮੌਜੂਦ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ, ਜਿਹੜਾ ਉਸ ਵੇਲੇ ਕਚਹਿਰੀ 'ਚ ਮੌਜੂਦ ਸੀ, ਉਹਨੂੰ ਕਿਹਾ ਕਿ ਤੇਰੇ ਭਰਾ ਨਾਹਰ ਖਾਨ ਦਾ ਇਹਨਾਂ ਦੇ ਪਿਤਾ ਅਰਥਾਤ ਗੁਰੂ ਜੀ ਨੇ ਕਤਲ ਕੀਤਾ ਹੈ, ਇਸ ਲਈ ਤੂੰ ਆਪਣੇ ਭਰਾ ਦੇ ਕਤਲ ਦਾ ਬਦਲਾ ਇਹਨਾਂ ਤੋਂ ਲੈ ਸਕਦਾ ਹੈ। ਪਰ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਹ ਕਹਿ ਕੇ ਮਾਮਲਾ ਬਿਲਕੁਲ ਸਾਫ਼ ਕਰ ਦਿੱਤਾ ਕਿ ਮੈਂ ਆਪਣੇ ਭਰਾ ਦਾ ਬਦਲਾ ਜੰਗ ਦੇ ਮੈਦਾਨ 'ਚ ਲਾਵਾਂਗਾ। ਇਹਨਾਂ ਮਾਸੂਮ ਬੱਚਿਆਂ ਨਾਲ ਮੇਰਾ ਕੋਈ ਝਗੜਾ ਨਹੀਂ ਹੈ, ਮੈਂ ਇਹਨਾਂ ਨੂੰ ਮਾਫ ਕਰਦਾ ਹਾਂ। ਹੁਣ ਸੂਬੇ ਸਰਹੰਦ ਕੋਲ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਦਾ ਕੋਈ ਆਧਾਰ ਨਹੀਂ ਰਹਿ ਗਿਆ ਸੀ ਤੇ ਚੁੱਪ ਹੋ ਗਿਆ ਸੀ। ਬਾਜ਼ੀ ਹੱਥੋਂ ਜਾਂਦੀ ਵੇਖ ਕੇ ਦੀਵਾਨ ਸੁੱਚਾਨੰਦ, ਜੋ ਕਿ ਸੂਬੇ ਸਰਹੰਦ ਦਾ ਖਾਸ ਸਲਾਹਕਾਰ ਸੀ ਅਤੇ ਅਸਲ ਵਿੱਚ ਉਹ ਪਹਾੜੀ ਰਾਜਿਆਂ ਦਾ ਹੀ ਇੱਕ ਕਰੀਦਾ ਸੀ, ਉਸਨੇ ਸੂਬੇ ਸਰਹੰਦ ਨੂੰ ਇਹ ਕਹਿੰਦੇ ਹੋਏ ਭੜਕਾਇਆ, ਸੱਪ ਦੇ ਬੱਚੇ ਸਪੋਲੀਏ ਹੁੰਦੇ ਹਨ, ਇਹ ਸੱਪ ਹੀ ਬਣਨਗੇ ਤੇ ਵੱਡੇ ਹੋ ਕੇ ਵੱਡਾ ਦੁੱਖ ਦੇਣਗੇ, ਇਸ ਲਈ ਇਹਨਾਂ ਨੂੰ ਹੁਣੇ ਹੀ ਖਤਮ ਕਰ ਦੇਣਾ ਚਾਹੀਦਾ ਹੈ। ਦੀਵਾਨ ਸੁੱਚਾਨੰਦ ਦੇ ਬਾਰ-ਬਾਰ ਭੜਕਾਉਣ ਤੇ ਜਦ ਸੂਬੇ ਸਰਹੰਦ ਨੇ ਇਹਨਾਂ ਮਾਸੂਮ ਨੰਨੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ ਤਾਂ ਨਵਾਬ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਇਹ ਕਹਿੰਦੇ ਹੋਏ ਨਾਰਾ ਮਾਰਿਆ ਕਿ ਤੇਰੀ ਲੜਾਈ ਤਾਂ ਇਹਨਾਂ ਦੇ ਪਿਤਾ ਨਾਲ ਹੈ, ਇਹਨਾਂ ਮਾਸੂਮ ਬੱਚਿਆਂ ਨੇ ਤੇਰਾ ਕੀ ਵਿਗਾੜਿਆ ਹੈ। ਪਰ ਦੀਵਾਨ ਸੁੱਚਾਨੰਦ ਦਾ ਭੜਕਾਇਆ ਹੋਇਆ ਸੂਬਾ ਸਰਹੰਦ ਜਦ ਆਪਣੀ ਗੱਲ ਤੋਂ ਨਾ ਟਲਿਆ ਤਾਂ ਮਲੇਰਕੋਟਲੇ ਦਾ ਨਵਾਬ ਇਹ ਕਹਿੰਦਾ ਹੋਇਆ ਉਸ ਦੀ ਕਚਹਿਰੀ 'ਚੋਂ ਵਾਕਆਊਟ ਕਰ ਗਿਆ ਕਿ ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੈ। ਤੁਸੀਂ ਇਹ ਕਹਿ ਰਹੇ ਹੋ ਕਿ ਕਾਜ਼ੀ ਦੀ ਗੱਲ ਨਹੀਂ ਮੰਨੀ ਗਈ ਤੇ ਸੁੱਚਾਨੰਦ ਦੀ ਗੱਲ ਨਵਾਬ ਸੂਬਾ ਸਰਹੰਦ ਨੇ ਮੰਨ ਲਈ। ਬਿਲਕੁਲ ਜੀ। ਕੀ ਇਹ ਕਿਹੜੇ ਕਾਨੂੰਨ 'ਚ ਸੀ ਫਿਰ ਉਦੋਂ ਕਿ ਕਾਜ਼ੀ ਦੀ ਗੱਲ ਉਹਨੇ ਨਹੀਂ ਮੰਨੀ ਤੇ ਫਿਰ ਕਿਹੜੇ ਕਾਨੂੰਨ ਦੇ ਤਹਿਤ ਉਸਨੇ ਕੀਤਾ? ਧਰਮ ਦੀ ਗੱਲ ਨਹੀਂ ਮੰਨਦਾ ਉਹ ਧਰਮ ਦਾ ਹੀ ਮੁਜਰਮ ਹੈ, ਤਾਂ ਬਾਗੀ ਹੈ। ਜਿਹੜਾ ਬੰਦਾ ਧਰਮ ਦੀ ਗੱਲ ਜਦ ਨਹੀਂ ਮੰਨਦਾ ਫਿਰ ਉਹ ਧਰਮ 'ਚ ਨਹੀਂ ਹੈ। ਔਰ ਇਤਿਹਾਸ ਗਵਾਹ ਹੈ ਕਿ ਹਾਕਮਾਂ ਲਈ ਪਹਿਲਾਂ ਉਹਨਾਂ ਦੀ ਹੁਕੂਮਤ ਹੁੰਦੀ ਹੈ, ਧਰਮ ਮਗਰੋਂ। ਕੀ ਔਰੰਗਜ਼ੇਬ ਦੇ ਇਸ਼ਾਰੇ ਤੇ ਸਾਰਾ ਕੁਝ ਨਹੀਂ ਹੋਇਆ? ਔਰੰਗਜ਼ੇਬ ਦਾ 18 ਸਾਲ ਤੋਂ ਦੱਖਣ 'ਚ ਲੜ ਰਿਹਾ ਸੀ। ਉਸ ਵੇਲੇ ਕੋਈ ਮੋਬਾਈਲ, ਕੋਈ ਟੈਲੀਫੋਨ, ਕੋਈ ਵਾਇਰਲੈਸ ਸਿਸਟਮ ਨਹੀਂ ਥਾ। 6-6 ਮਿੰਟ ਲੱਗ ਜਾਂਦੇ ਸੀ ਲੈਟਰ ਜਾਣ ਨੂੰ। ਜਦੋਂ ਗੁਰੂ ਸਾਹਿਬ ਨੇ ਉਹ ਜ਼ਫਰਨਾਮਾ ਲਿਖਿਆ ਤਾਂ ਗੁਰੂ ਸਾਹਿਬ ਨੂੰ ਮਿਲਣ ਲਈ ਔਰ ਸੂਬੇ ਸਰਹੰਦ ਦੀ ਜਵਾਬ ਤਲਬੀ ਦੱਸਦੀ ਹੈ ਕਿ ਔਰੰਗਜ਼ੇਬ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ। ਤੇ ਹੁਣ ਮੈਂ ਜਿਹੜੀ ਗੱਲ ਤੇ ਆ ਰਿਹਾ, ਫਿਰ ਇਤਿਹਾਸ ਦੀ ਉਹ ਮਨਹੂਸ ਦੁਰਘਟਨਾ ਵਾਪਰੀ ਜਿਹੜੀ ਕਿ ਨਹੀਂ ਸੀ ਵਾਪਰਨੀ ਚਾਹੀਦੀ। ਲੱਖ ਲਾਹਨਤਾਂ ਉਹਨਾਂ ਸਾਰੇ ਜ਼ਾਲਮਾਂ ਤੇ
ਜਿਨ੍ਹਾਂ ਨੇ ਇਹ ਜ਼ੁਲਮ ਕਮਾਇਆ ਹੈ। ਹੁਣ ਇਸ ਦੀ ਪੂਰੀ ਵਿਆਖਿਆ ਤੋਂ ਬਾਅਦ ਇੱਥੇ ਖਾਸ ਤੌਰ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇ ਸੂਬਾ ਸਰਹੰਦ ਬੇਈਮਾਨ ਹੋ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਧੋਖੇ ਨਾਲ ਸੂਬੇ ਸਰਹੰਦ ਪਾਸ ਗ੍ਰਿਫਤਾਰ ਨਾ ਕਰਾਉਂਦਾ ਤਾਂ ਇਹ ਮਨਹੂਸ ਦੁਰਘਟਨਾ ਨਾ ਵਾਪਰਦੀ। ਇਹੀ ਨਹੀਂ ਬਲਕਿ ਇਸ ਤੋਂ ਪਿੱਛੋਂ ਜੇ ਦੀਵਾਨ ਸੁੱਚਾਨੰਦ ਜ਼ਿੱਦ ਨਾ ਕਰਦਾ ਅਤੇ ਸੂਬੇ ਤੇ ਜ਼ੋਰ ਨਾ ਪਾਉਂਦਾ ਤਾਂ ਵੀ ਇਹ ਮਨਹੂਸ ਘਟਨਾ ਨਾ ਵਾਪਰਦੀ। ਤੁਸੀਂ ਇਹ ਕਹਿ ਰਹੇ ਹੋ ਕਿ ਸੂਬੇ ਸਰਹੰਦ ਦੇ ਨਾਲ ਗੰਗੂ ਤੇ ਸੁੱਚਾਨੰਦ ਨੂੰ ਵੀ ਓਨਾ ਹੀ ਨਿੰਦਣਾ ਚਾਹੀਦਾ, ਉਹ ਨਿੰਦਦੇ ਆ, ਪਰ ਇਸ ਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਥੋੜਾ ਜਿਹਾ ਫਿਰਕੂਵਾਦ ਵੱਲ ਨਾ ਜਾਈਏ, ਕਿ ਅਸੀਂ ਇਹ ਕੋਸ਼ਿਸ਼ ਨਾ ਕਰੀਏ ਕਿ ਮੁਸਲਮਾਨ ਔਰੰਗਜ਼ੇਬ ਦੀ ਤੁਸੀਂ ਕਹਿ ਰਹੇ ਹੋ ਕਿ ਔਰੰਗਜ਼ੇਬ ਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ, ਔਰ ਮੈਨੂੰ ਥੋੜਾ ਜਿਹਾ ਲੱਗ ਰਿਹਾ ਕਿ ਅਸੀਂ ਹਿੰਦੂ ਮੁਸਲਮਾਨ ਵਾਲੇ ਪਾਸੇ ਨੂੰ ਜਾ ਰਹੇ ਹਾਂ। ਇਤਿਹਾਸ ਵੱਲ ਰਹੀਏ ਅਸੀਂ, ਇਤਿਹਾਸ ਵੱਲ ਰਹੀਏ ਅਸੀਂ। ਮੇਰਾ ਸਵਾਲ ਤੁਹਾਨੂੰ ਇਹ ਸੀਗਾ ਕਿ ਜਦੋਂ ਇਹ ਸੂਬਾ ਸਰਹੰਦ ਦੀ ਨੀਅਤ ਤੇ ਤੁਸੀਂ ਸਵਾਲ ਕਰ ਰਹੇ ਹੋ ਕਿ ਉਹ ਸ਼ਹੀਦ ਬੱਚੇ ਕੀਤੇ, ਮਾਤਾ ਜੀ ਸ਼ਹੀਦ ਹੋ ਜਾਂਦੇ ਆ, ਉਹ ਸੂਬਾ ਸਰਹੰਦ ਦੀ ਨੀਅਤ ਜੋ ਕਹੀ ਜਾ ਰਹੀ ਹੈ, ਦੱਸੀ ਜਾ ਰਹੀ ਹੈ ਇਤਿਹਾਸ 'ਚ, ਉਹਦੇ ਨਾਲੋਂ ਵੱਖਰੀ ਸੀ। ਤੁਸੀਂ ਕਹਿ ਰਹੇ ਹੋ ਕਿ ਪਿੱਛੇ ਪਹਾੜੀ ਰਾਜੇ ਸੀਗੇ, ਤਾਂ ਮੇਰਾ ਸਵਾਲ ਹੈ ਕਿ ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਫਤਿਹ ਕਰਨ ਆਉਂਦੇ ਆ ਤਾਂ ਫਿਰ ਕੱਲਾ ਸੂਬਾ ਸਰਹੰਦ ਤੋਂ ਕਿਉਂ ਬਦਲਾ ਲਿਆ ਜਾਂਦਾ ਹੈ? ਉਦੋਂ ਕੱਲੇ ਇੱਥੇ ਜਿਨ੍ਹਾਂ ਨੇ ਜ਼ੁਲਮ ਕਮਾਏ ਕਿਉਂ ਬਦਲਾ ਲਿਆ ਜਾਂਦਾ ਹੈ? ਉਹਨਾਂ ਦੀ ਕੀ ਉਦੋਂ ਦੂਰਦ੍ਰਿਸ਼ਟੀ ਇਹ ਨਹੀਂ ਸੀ ਕਿ ਪਹਾੜੀ ਰਾਜਿਆਂ ਤੋਂ ਵੀ ਫਿਰ ਬਦਲਾ ਲਿਆ ਜਾਵੇ? ਨਹੀਂ, ਉਹਨਾਂ ਨੂੰ ਵੀ ਲੜਾਈ ਸੀ ਉਹਨਾਂ ਦੀ। ਤੁਸੀਂ ਦੇਖੋ ਲੜਾਈਆਂ ਹੋਈਆਂ ਨੇ ਉਹਨਾਂ ਨਾਲ ਵੀ। ਤੁਸੀਂ ਮੇਰੀ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜਦੋਂ ਇਹ ਮਾਮਲਾ ਹੋਇਆ, ਕਿਉਂਕਿ ਪਿੱਛੋਂ ਦੇਖੋ ਮੇਰੀ ਗੱਲ ਸੁਣੋ, ਆਪਾਂ ਫਿਲਮਾਂ ਦੇਖਦੇ ਹਾਂ ਵੀ ਜਿਹੜੇ ਬਦਮਾਸ਼ ਹੁੰਦੇ ਨੇ, ਵੱਡੇ ਲੋਕ ਹੁੰਦੇ ਨੇ, ਉਹ ਫਰੌਤੀ ਦੇ ਕੇ, ਸਪਾਰੀ ਦੇ ਕੇ ਬਦਮਾਸ਼ਾਂ ਤੋਂ ਕਤਲ ਕਰਾਉਂਦੇ ਨੇ, ਉਹ ਤਾਂ ਪਰਦੇ ਦੇ ਪਿੱਛੇ ਰਹਿੰਦੇ ਨੇ ਨਾ, ਰਹਿੰਦੇ ਨੇ। 6-7 ਸਾਲ ਪਹਿਲਾਂ ਮੋਗੇ 'ਚ ਇੱਕ ਕਤਲ ਹੋਇਆ ਸੀ, ਮੈਂ ਜਿਵੇਂ ਪਹਿਲਾਂ ਦੱਸ ਰਿਹਾ ਸੀ, ਕੁਝ ਦਿਨ ਬਾਅਦ ਉਹ ਕਾਤਲ ਫੜਿਆ ਗਿਆ ਤੇ ਉਹਨੂੰ ਕੋਰਟ 'ਚ ਪੇਸ਼ ਕਰ ਦਿੱਤਾ ਗਿਆ ਤੇ ਉਹਨੇ ਇਕਰਾਰ ਕਰ ਲਿਆ ਕਿ ਮੈਨੇ ਇਹ ਕਤਲ ਕੀਤਾ ਹੈ, ਪਰ ਪੁਲਿਸ ਨੇ ਰਿਮਾਂਡ ਮੰਗਿਆ ਔਰ ਮਾਨਯੋਗ ਕੋਰਟ ਨੇ ਰਿਮਾਂਡ ਦਿੱਤਾ, ਜਦ ਕਿ ਹੋਣਾ ਇਹ ਚਾਹੀਦਾ ਸੀ ਕਤਲ ਕਰਨ ਵਾਲੇ ਨੇ ਆਪਣਾ ਜੁਰਮ ਇਕਬਾਲ ਕਰ ਲਿਆ, ਸਜ਼ਾ ਦੇ ਕੇ ਉਹਨੂੰ ਕੇਸ ਬੰਦ ਕਰ ਦਿੱਤਾ ਜਾਂਦਾ, ਲੇਕਿਨ ਨਹੀਂ ਹੋਇਆ। ਜਦੋਂ ਉਸ ਮੁਜਰਮ ਨੂੰ ਅਗਲੀ ਪੇਸ਼ੀ ਤੇ ਪੇਸ਼ ਕੀਤਾ ਜਾਂਦਾ ਹੈ ਤਾਂ ਪਤਾ ਚੱਲਿਆ ਕਿ ਮਰਨ ਵਾਲੇ ਦੀ ਪਤਨੀ ਨੇ ਆਪਣੇ ਪ੍ਰੇਮੀ ਇਸ ਆਸ਼ਕ ਜਿਹੜਾ ਸੀਗਾ ਉਹਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾਇਆ ਸੀ। ਠੀਕ ਹੈ, ਨਹੀਂ ਅਸਲ ਮੁਜਰਮ ਤਾਂ ਉਹਦੀ ਪਤਨੀ ਹੋਈ ਨਾ, ਕਤਲ ਉਹ ਵੀ ਹੈ, ਇਹਦੇ ਵਿੱਚ ਕੋਈ ਇਨਕਾਰ ਨਹੀਂ, ਉਹ ਕਤਲ ਨਹੀਂ ਹੈ, ਲੇਕਿਨ ਕਤਲ ਕਰਾਉਣ ਵਾਲੀ ਉਹਦੀ ਪਤਨੀ ਹੈ। ਅਗਰ ਉਸ ਵੇਲੇ ਹੀ ਉਸ ਕੇਸ ਨੂੰ ਬੰਦ ਕਰ ਦਿੱਤਾ ਜਾਂਦਾ ਤਾਂ ਅਸਲ ਕਾਤਲ ਪਰਦੇ ਦੇ ਪਿੱਛੇ ਰਹਿ ਜਾਂਦਾ। ਕੀ ਇਹ ਨਹੀਂ ਹੋ ਰਿਹਾ ਸੀਗਾ ਕਿ ਉਦੋਂ ਦੇ ਹੁਕਮਰਾਨ ਕਿੰਨੇ ਮਨ ਜੰਜੂ ਜਿਹੜਾ ਉਹ ਲਹਾ ਕੇ ਹਿੰਦੂਆਂ ਨੂੰ ਮਾਰ ਕੇ ਧਰਮ ਇਸਲਾਮ 'ਚ ਪਰਿਵਰਤਨ ਕਰਨ ਤੋਂ ਬਾਅਦ ਰੋਟੀ ਖਾਇਆ ਕਰਦੇ ਸੀ? ਕੀ ਇਹ ਨਹੀਂ ਹੋ ਰਿਹਾ ਸੀ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ? ਕੀ ਇਹ ਨਹੀਂ ਹੋਇਆ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਤੋਂ ਬਾਅਦ ਉਹਨਾਂ ਦੇ ਹਾਰ ਬਣਾ ਕੇ ਟੰਗੇ ਗਏ ਸੀ? ਸਰੋਵਰ ਦਰਬਾਰ ਸਾਹਿਬ ਵਾਲਾ ਇੱਕ ਵਾਰ ਭਰ ਦਿੱਤਾ ਗਿਆ ਸੀ। ਕੀ ਇਹ ਇਤਿਹਾਸ ਨਹੀਂ ਹੈਗਾ ਕਿ ਇਸਲਾਮੀ ਰਾਜਿਆਂ ਨੇ, ਜਿਹੜੇ ਇਸਲਾਮ ਦੇ ਰਾਜੇ ਹੋਏ ਆ, ਉਹਨਾਂ ਨੇ ਜ਼ੁਲਮ ਤੇ ਜ਼ਬਰ ਨਹੀਂ ਕਮਾਇਆ? ਤੁਸੀਂ ਕਹਿ ਰਹੇ ਹੋ ਕਿ ਜਿਹੜੀ ਛੋਟੇ ਸਾਹਿਬਜ਼ਾਦਿਆਂ ਨਾਲ ਸ਼ਹਾਦਤ ਤੇ ਗੁਰੂ ਸਾਹਿਬ ਦੀਆਂ ਜਿੰਨੀਆਂ ਜੰਗਾਂ ਹੋਈਆਂ ਉਹ ਹਿੰਦੂ ਰਾਜਿਆਂ ਦੇ ਨਾਲ ਹੋਈਆਂ, ਉਹਦਾ ਕਾਰਨ ਮੁਸਲਿਮ ਰਾਜੇ ਜਿਹੜੇ ਇਸਲਾਮਿਕ ਉਦੋਂ ਜਿਹੜੇ ਰਾਜੇ ਸੀਗੇ ਉਹਨਾਂ ਰਾਜਿਆਂ ਦਾ ਜ਼ਬਰ ਨਹੀਂ ਸੀਗਾ। ਨਹੀਂ, ਉਹ ਨਾਲ ਆਏ। ਦੇਖੋ ਜਦੋਂ ਸ਼ਾਸਕ ਹੁੰਦਾ ਹੈ ਕਿ ਹਰ ਸ਼ਾਸਕ ਨੇ, ਹਰ ਹਾਕਮ ਨੇ ਆਪਣੀ ਹਕੂਮਤ ਨੂੰ ਕਾਇਮ ਰੱਖਣ ਲਈ ਹਰ ਯੋਗ ਤੇ ਅਯੋਗ ਢੰਗ ਅਪਣਾਏ ਹਨ। ਕਿਸੇ ਵੀ ਹਾਕਮ ਦੀ ਹਕੂਮਤ ਨੂੰ ਉਸਦਾ ਧਰਮ ਜਾਂ ਉਸਦੇ ਧਰਮ ਦੀ ਹਕੂਮਤ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇੱਕ ਹਾਕਮ ਲਈ ਪਹਿਲਾਂ ਉਸਦੀ ਹਕੂਮਤ ਹੁੰਦੀ ਹੈ, ਧਰਮ ਮਗਰੋਂ। ਬਲਕਿ ਹਾਕਮ ਲੋਕ ਤਾਂ ਆਪਣੇ ਮਫਾਦ ਲਈ ਧਰਮ ਦਾ ਇਸਤੇਮਾਲ ਕਰਦੇ ਰਹੇ ਨੇ ਤੇ ਅੱਜ ਵੀ ਕਰ ਰਹੇ ਨੇ, ਬਲਕਿ ਅੱਜ ਤਾਂ ਧਰਮ ਦਾ ਹੋਕਾ ਲਾ ਕੇ ਹਕੂਮਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ। ਤੇ ਜਦੋਂ ਇਹ ਅਸੀਂ ਲਾਂਗੇ ਹਾਕਮ ਨੂੰ ਦੇਖਾਂਗੇ ਤਾਂ ਉਹ ਹਾਕਮ ਦਾ ਮਾਮਲਾ ਹੈ, ਧਰਮ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਨਾ ਕੌਮ ਦਾ ਇਹਦੇ ਨਾਲ ਲੈਣਾ ਦੇਣਾ। 47 ਤੋਂ ਬਾਅਦ, ਪਾਰਟੀਸ਼ਨ ਤੋਂ ਬਾਅਦ ਜਿਹੜੇ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਲਗਾਤਾਰ ਸਿੱਖ ਬਣਦਾ ਆ ਰਿਹਾ ਹੈ। ਕਿੰਨੀ ਵਾਰੀ ਗੁਰਦੁਆਰਿਆਂ ਦੀ ਬੇਇੱਜ਼ਤੀਆਂ ਹੋਈਆਂ ਨੇ, ਬੇਅਦਬੀਆਂ ਹੋਈਆਂ ਨੇ, ਕਿੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਕੀ ਤੁਸੀਂ ਇਹਨਾਂ ਬੇਅਦਬੀਆਂ ਨੂੰ ਸਿੱਖ ਕੌਮ ਔਰ ਸਿੱਖ ਕੌਮ ਨਾਲ, ਧਰਮ ਨਾਲ ਜੋੜ ਸਕਦੇ ਹੋ? ਨਹੀਂ ਜੋੜ ਸਕਦੇ। ਇਸ ਤਰ੍ਹਾਂ ਹੀ ਕਿਸੇ ਮੁਗਲ ਬਾਦਸ਼ਾਹ ਦੀ ਕੀਤੀ ਕਿਸੇ ਵਧੀਕੀ ਨੂੰ ਕਦੇ ਵੀ ਇਸਲਾਮ ਨਹੀਂ ਜੋੜਿਆ ਜਾ ਸਕਦਾ, ਇਸਲਾਮ ਨਾਲ ਨਹੀਂ ਜੋੜਿਆ ਜਾ ਸਕਦਾ। ਮੇਰਾ ਅਗਲਾ ਸਵਾਲ ਇਹੀ ਸੀ ਕਿ ਜਿਹੜਾ ਬਾਬੇ ਨਾਨਕ ਤੇ ਮਰਦਾਨੇ ਦਾ ਰਿਸ਼ਤਾ ਹੈ ਉਹਨੂੰ ਅੱਜ ਕਿਵੇਂ ਦੇਖਦੇ ਹੋ ਤੁਸੀਂ ਉਸ ਰਿਸ਼ਤੇ ਨੂੰ? ਦੇਖੋ, ਇਤਿਹਾਸ ਦੱਸਦਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਮਰਦਾਨੇ ਦੀ ਉਮਰ 10 ਸਾਲ ਦੀ ਸੀ ਔਰ ਮਰਦਾਨੇ ਦੀ ਮਾਸੀ ਦੌਲਤਾਂ ਦਾਈ ਸੀ ਜਿਹਨੇ ਗੁਰੂ ਸਾਹਿਬ ਦਾ ਸੰਸਾਰ 'ਚ ਸਭ ਤੋਂ ਪਹਿਲਾਂ ਨੂਰ ਵਾਲਾ ਮੁਖੜਾ ਵੇਖਣ ਦਾ ਮਾਣ ਪ੍ਰਾਪਤ ਕੀਤਾ ਸੀ। ਤੇ ਭਾਈ ਮਰਦਾਨਾ ਜਦੋਂ ਗੁਰੂ ਸਾਹਿਬ ਗੋਦੀ ਜਾਣ ਜੋਗੇ ਹੋ ਗਏ, ਉਹਨਾਂ ਨੂੰ ਗੋਦੀ ਚੁੱਕ ਕੇ ਗਲੀਆਂ 'ਚ ਘੁਮਾਉਂਦਾ ਫਿਰਦਾ ਸੀ। ਯਾਨੀ ਕਿ ਬਚਪਨ 'ਚ ਗੁਰੂ ਸਾਹਿਬ ਮਰਦਾਨੇ ਦੀ ਗੋਦ 'ਚ ਖੇਲੇ। ਤੇ ਜਦੋਂ ਭਾਈ ਮਰਦਾਨੇ ਦਾ ਇੰਤਕਾਲ ਹੋਣ ਲੱਗਦਾ, ਅਕਾਲ ਚਲਾਣਾ ਹੁੰਦਾ, ਟਾਈਮ ਹੁੰਦਾ ਹੈ,
ਤਾਂ ਇਤਿਹਾਸ ਦੱਸਦਾ ਹੈ ਕਿ ਭਾਈ ਮਰਦਾਨੇ ਦਾ ਸਿਰ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਸੀ। ਸ਼੍ਰੀ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਹੀ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੋਇਆ ਸੀ। ਬਚਪਨ 'ਚ ਭਾਈ ਮਰਦਾਨਾ ਗੁਰੂ ਸਾਹਿਬ ਨੂੰ ਗੋਦੀ ਲਈ ਫਿਰਦੇ ਨੇ। ਅੱਜ ਜਦ ਅੰਤਮ ਸਮਾਂ ਆਇਆ ਤਾਂ ਭਾਈ ਮਰਦਾਨੇ ਦਾ ਸਿਰ ਗੁਰੂ ਨਾਨਕ ਸਾਹਿਬ ਦੀ ਗੋਦ 'ਚ ਹੈ। ਇਹ ਉਹ ਮਾਨ ਪ੍ਰਾਪਤ ਸੀ ਇੱਕ ਮੁਸਲਮਾਨ ਨੂੰ, ਭਾਈ ਮਰਦਾਨੇ ਨੂੰ, ਜਿਹੜਾ ਮਗਰੋਂ ਜਾ ਕੇ ਕਿਸੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋਇਆ। ਮੈਂ ਉਹੀ ਕਹਿ ਰਿਹਾ, ਉਸ ਹਵਾਲੇ ਤੋਂ ਅੱਜ ਦਾ ਰਿਸ਼ਤਾ ਕਿਹਦਾ ਹੈ ਤੁਹਾਡਾ ਤੇ ਮੇਰਾ, ਇਸਲਾਮ ਤੇ ਸਿੱਖ ਦਾ? ਗੁਰੂ ਨਾਨਕ ਪਾਤਸ਼ਾਹ ਤੇ ਮਰਦਾਨੇ ਵਾਲਾ ਜਿਹੜਾ ਉਹ ਰਿਸ਼ਤਾ ਸੀ, ਅੱਜ ਉਹਨੂੰ ਕਿਵੇਂ ਦੇਖਦੇ ਹੋ? ਬਾਬਾ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, 12 ਭਾਈ ਗੁਰਦਾਸ, ਬਾਹਰ ਪਹਿਲੀ ਪੰਨਾ ਨੰਬਰ 35 ਭਾਈ ਗੁਰਦਾਸ ਜੀ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਰਬਾਬੀ ਮਰਦਾਨਾ। ਦੇਖੋ ਉਦੋਂ ਬਾਅਦ ਇਤਿਹਾਸ ਕੀ ਕਹਿੰਦਾ ਹੈ। ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਗਿਆਨ ਸਿੰਘ ਤਵਾਰੀ ਗੁਰੂ ਖਾਲਸਾ ਉਰਦੂ ਦੇ ਪੰਨਾ ਨੰਬਰ 51 ਤੇ ਲਿਖਦੇ ਨੇ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਇਸ ਜੀਵਨ ਸਾਥੀ ਮਰਦਾਨੇ ਦਾ ਆਪਣੇ ਹੱਥੀਂ ਹੀ ਕਫਨ ਦਫਨ ਅਰਥਾਤ ਅੰਤਮ ਸੰਸਕਾਰ ਕੀਤਾ ਸੀ। ਇਸ ਤੋਂ ਵੱਡਾ ਰਿਸ਼ਤਾ ਕੀ ਹੈ? ਪਰ ਉਹ ਅੱਜ ਕਿਵੇਂ ਹੈ ਉਹ ਰਿਸ਼ਤਾ? ਮੇਰਾ ਤਾਂ ਇਹ ਸਵਾਲ ਹੈ। ਹੁਕਮਰਾਨ ਅੱਜ ਵੀ ਨੇ ਦਿੱਲੀ ਦੇ ਤਖਤ ਤੇ, ਉਹ ਵੀ ਬੈਠਦੇ ਅੱਜ ਠੰਡੇ ਬੁਰਜ ਤੇ ਅਸੀਂ ਖੜੇ ਆ, ਉਹਨਾਂ ਦਿਨਾਂ ਦੇ ਵਿੱਚ ਹੀ ਖੜੇ ਆ ਜਦੋਂ ਸ਼ਹਾਦਤਾਂ ਹੋਈਆਂ ਨੇ ਲਸਾਨੀ। ਅੱਜ ਦਾ ਰਿਸ਼ਤਾ ਕਿਵੇਂ ਹੈ? ਅੱਜ ਦਾ ਰਿਸ਼ਤਾ ਵੀ ਉਹੀ ਹੈ, ਇੱਕ ਤੋਹੀਦ ਤੇ ਖੜੇ, ਇੱਕ ਰੱਬ ਦੀ ਏਕਤਾ ਤੇ ਖੜੇ ਆ ਅਸੀਂ, ਜਿੱਥੋਂ ਸਿੱਖੀ ਦੀ ਨੀ ਗੁਰੂ ਸਾਹਿਬ ਨੇ ਰੱਖੀ ਸੀ ਔਰ ਇਸਲਾਮ ਦੀ ਵੀ ਇੱਕ ਰੱਬ ਦੀ ਪੂਜਾ ਦਾ ਉਪਦੇਸ਼। ਤੁਸੀਂ ਕਿਤਾਬ ਵੀ ਲਿਖੀ ਹੈ ਕਿ ਸਿੱਖ ਤੇ ਮੁਸਲਮਾਨ ਦਾ ਕੀ ਰਿਸ਼ਤਾ ਹੈ, ਤਾਂ ਉਸ ਰਿਸ਼ਤੇ ਬਾਰੇ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਰਨੀ ਹੈ। ਦੇਖੋ ਉਸ ਦੇ ਰਿਸ਼ਤੇ ਦਾ ਇੱਥੇ ਸ਼ੁਰੂ ਹੁੰਦਾ ਹੈ। ਇਤਿਹਾਸ ਦੱਸਦਾ ਹੈ, ਪ੍ਰਸਿੱਧ ਸਿੱਖ ਵਿਦਵਾਨ ਡਾਕਟਰ ਤਲੋਚਨ ਸਿੰਘ ਜੀ ਆਪਣੀ ਕਿਤਾਬ ਜੀਵਨ ਚਰਿੱਤਰ ਗੁਰੂ ਨਾਨਕ ਦੇਵ ਦੇ ਪੰਨਾ ਨੰਬਰ 121 ਤੇ ਲਿਖਦੇ ਨੇ ਕਿ ਗੁਰੂ ਸਾਹਿਬ ਨੇ ਰਾਏ ਬਲਾਲ ਨੂੰ ਇਹ ਕਿਹਾ ਸੀ, ਰਾਏ ਬਰਾੜ ਜੀ, ਤੁਹਾਡੇ ਘਰ ਦਾ ਖਾਣਾ ਤੇ ਤੁਹਾਡੀ ਬੇਗਮ ਦੇ ਹੱਥ ਦੇ ਪਕਵਾਨ ਮੇਰੇ ਲਈ ਦੇਵਤਿਆਂ ਦੇ ਬਰਮ ਭੋਜਨਾਂ ਪਵਿੱਤਰ ਨੇ। ਹੁਣ ਜਦ ਮੈਂ ਕਈ ਦਿਨ ਸੂਫੀ ਫਕੀਰਾਂ ਦੇ ਡੇਰੇ ਕੱਟਦਾ ਹਾਂ ਤਾਂ ਮੇਰਾ ਆਹਾਰ ਭੋਜਨ ਮਰਦਾਨਾ ਹੀ ਤਿਆਰ ਕਰਦਾ ਜਾਂ ਲਿਆਂਦਾ ਹੈ, ਤਾਂ ਤੁਹਾਡੇ ਘਰ ਦਾ ਖਾਣਾ ਤਾਂ ਮੇਰੇ ਲਈ ਅੰਮ੍ਰਿਤ ਹੋਵੇਗਾ। ਇਸ ਤੋਂ ਵੱਡੀ ਕੀ ਚਾਹੀਦੀ? ਸਾਡਾ ਦਾ ਰਿਸ਼ਤਾ ਬਹੁਤ ਖੂਬ। ਆਖਰ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਵੀ ਲਿਖਿਆ, ਕਿਹਾ ਜਾਂਦਾ ਹੈ, ਹੁਣ ਲਿਖਿਆ ਮੈਂ ਪੜ੍ਹਿਆ ਨਹੀਂ ਹੈ, ਫਿਰ ਉਹੀ ਗੱਲ ਹੈ ਕਿ ਜੋ ਪ੍ਰਚਲਿਤ ਗੱਲਾਂ ਚੱਲਦੀਆਂ ਆ ਰਹੀਆਂ, ਹਵਾਲਾ ਨਹੀਂ ਹੈ ਕਿ ਸੂਬਾ ਸਰਹੰਦ ਦੀ ਘਰ ਵਾਲੀ ਨੇ ਉਹਨੂੰ ਰੋਕਿਆ ਸੀ ਕਿ ਤੂੰ ਇਹ ਕੁਫਰ ਨਾ ਤੋਲ, ਤੂੰ ਇਸ ਤਰ੍ਹਾਂ ਨਾ ਕਰ। ਇਸ ਬਾਰੇ ਥੋੜਾ ਜਿਹਾ ਚਾਨਣ ਪਾ ਦਿਓ। ਹਾਂ ਬਿਲਕੁਲ ਰੋਕਿਆ ਸੀ ਉਹਨੇ। ਜਦੋਂ ਉਹ ਨਹੀਂ ਟਲਿਆ ਤਾਂ ਉਹਨੇ ਖੁਦਕੁਸ਼ੀ ਕੀਤੀ ਸੀ ਉਹਦੇ ਵਿੱਚ, ਕਿਉਂਕਿ ਇਹ ਇਨਸਾਨੀਅਤ ਹੈ। ਇਸਲਾਮ ਦੀ ਇੱਕ ਸਿੱਖਿਆ ਦੇਖੋ, ਇਸਲਾਮ ਦੀ ਸਭ ਤੋਂ ਵੱਡਾ ਪਾਪ ਹੈ ਰੱਬ ਤੋਂ ਇਲਾਵਾ ਕਿਸੇ ਹੋਰ ਦੀ ਪੂਜਾ ਕਰਨਾ। ਉਸ ਤੋਂ ਬਾਅਦ ਜਿਹੜੇ ਵੱਡੇ ਪਾਪ ਨੇ, ਵੱਡੇ ਜੁਰਮ ਨੇ, ਉਹਨਾਂ ਦੇ ਵਿੱਚ ਇੱਕ ਸਿੱਖਿਆ ਇਹ ਹੈ, ਅੰਨਾਹੂ ਮਨ ਕਤਲਾ ਨਫਸਨ ਬਿਗੈਰੀ ਨਫਸਿਨ ਔ ਫਸਾਦਿਨ ਫਿਲ ਅਰਦੀ ਫਕਾ ਅੰਨਾਮਾ ਕਤਲ ਅੰਨਾਸਾ ਜਮੀਆ। ਕੁਰਾਨ ਮਜੀਦ ਅਧਿਆਏ ਅਲ ਹੁਜੂਰਾਤ ਆਇਤ ਨੰਬਰ 13। ਜਿਸ ਨੇ ਨਾਹਕ ਜਾਂ ਬੇਕਸੂਰ ਕਿਸੇ ਜਾਨ ਨੂੰ ਕਤਲ ਕੀਤਾ, ਉਸਨੇ ਸਾਰੀ ਇਨਸਾਨੀਅਤ ਦਾ ਕਤਲ ਕਰਤਾ। ਹੁਣ ਇਹ ਜਾਨ ਭਾਵੇਂ ਹਿੰਦੂ ਦੀ ਹੋਵੇ ਜਾਂ ਮੁਸਲਮਾਨ ਦੀ, ਸਿੱਖ ਦੀ ਹੋਵੇ ਭਾਵੇਂ ਈਸਾਈ ਦੀ, ਬੁੱਧ ਦੀ ਹੋਵੇ ਚਾਹੇ ਦਲਿਤ ਦੀ, ਪਰ ਇਸਲਾਮ ਦਾ ਕਾਨੂੰਨ ਸਾਰਿਆਂ ਲਈ ਇੱਕ ਸਮਾਨ ਹੈ, ਕਿਉਂਕਿ ਸਾਰੇ ਹੀ ਉਸ ਰੱਬ ਦੇ ਬੰਦੇ ਹਨ ਜਿਹੜਾ ਸਾਰੇ ਸੰਸਾਰ ਦਾ ਪੈਦਾ ਕਰਨ ਵਾਲਾ। ਇਸੇ ਕਿਹਾ ਕੁਦਰਤ ਕੇ ਸਭ ਬੰਦੇ, ਸਾਰੇ ਬੰਦੇ ਨੇ। ਉਹਨੂੰ ਗੁੱਸਾ ਆਊਗਾ ਜਦੋਂ ਬੰਦੇ ਨੂੰ ਮਾਰਿਆ ਜਾਊਗਾ। ਇੱਕ ਬਾਪ ਨੂੰ ਗੁੱਸਾ ਆਉਂਦਾ ਜਦੋਂ ਉਹਦੇ ਪੁੱਤ ਨੂੰ ਮਾਰਿਆ ਜਾਂਦਾ। ਤੁਸੀਂ ਕਹਿ ਰਹੇ ਸੀ ਕਿ ਜਿਹੜੇ ਮੁਗਲ ਰਾਜੇ ਹੋਏ ਉਹਨਾਂ ਦੀ ਤਸਵੀਰ ਸਹੀ ਪੇਸ਼ ਨਹੀਂ ਕੀਤੀ ਗਈ। ਹਾਂ ਬਿਲਕੁਲ। ਦੇਖੋ ਸ਼ਾਸਕ ਹੁੰਦੇ ਨੇ। ਕਿਸੇ ਵੀ ਮੁਗਲ ਬਾਦਸ਼ਾਹ ਦਾ ਇਸਲਾਮ 'ਚ ਇੰਨਾ ਕੀ ਹਿੱਸਾ ਹੈ, ਇੰਨਾ ਕੀ ਮੁਕਾਮ ਹੈ ਜਿੰਨਾ ਇੱਕ ਆਮ ਗਰੀਬ ਮਜ਼ਦੂਰ ਮੁਸਲਮਾਨ ਦਾ। ਮੁਗਲ ਬਾਦਸ਼ਾਹ ਸਾਡੇ ਲਈ ਕੋਈ ਆਧਾਰ ਨਹੀਂ ਹੈਗੇ, ਸਾਡੇ ਲਈ ਤਾਂ ਆਧਾਰ ਨੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਜਿਹਨਾਂ ਨੂੰ ਰੋਲ ਮਾਡਲ ਕਿਹਾ ਗਿਆ। ਬਹੁਤ ਖੂਬ, ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਔਰ ਮੈਂ ਇਹ ਵੀ ਸੋਚ ਰਿਹਾ ਸੀ ਕਿ ਜੋ ਤੁਸੀਂ ਕਿਤਾਬ, ਇੱਕ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਜ਼ਫਰਨਾਮਾ ਦੇ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਆਦਲ ਸ਼ਬਦ ਵਰਤਿਆ, ਉਹਨਾਂ ਆਦਲ ਵਰਤਿਆ ਸ਼੍ਰੀ ਗੁਰੂ ਦੇ ਦਸਮ ਗ੍ਰੰਥ 'ਚ ਹੈ, ਦਸਮ ਗ੍ਰੰਥ ਦੇ ਵਿੱਚ। ਔਰ ਆਦਲ ਦਾ ਮਤਲਬ ਕੀ ਹੁੰਦਾ? ਇਨਸਾਫ ਕਰਨ ਵਾਲਾ। ਤਾਂ ਤੁਸੀਂ ਕਹਿ ਰਹੇ ਹੋ ਕਿ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇਨਸਾਫ ਕਰਨ ਵਾਲਾ ਦੱਸਿਆ। ਔਰ ਤਦੇ ਜ਼ਫਰਨਾਮਾ ਦੇਖੋ, ਅਗਰ ਮੈਂ ਦੁਸ਼ਮਣ ਸਮਝੂਗਾ ਤਾਂ ਤੁਹਾਡੇ ਕੋਲ ਲੈਟਰ ਨਹੀਂ ਲਿਖੂਗਾ ਜਿਹੜਾ ਧੱਕਾ ਹੋਇਆ। ਗੁਰੂ ਸਾਹਿਬ ਦਾ ਜ਼ਫਰਨਾਮਾ ਦੱਸਦਾ ਹੈ ਕਿ ਉਹਨਾਂ ਨੂੰ ਇਨਸਾਫ ਦੀ ਉਮੀਦ ਸੀ, ਔਰ ਉਹ ਜ਼ਫਰਨਾਮੇ ਦੇ ਜਵਾਬ 'ਚ ਔਰੰਗਜ਼ੇਬ ਨੇ ਆਪਣੇ ਇੱਕ ਰਾਜ਼ਦਾਰ ਦੇ ਹੱਥੀਂ ਗੁਰੂ ਸਾਹਿਬ ਨੂੰ ਇੱਕ ਚਿੱਠੀ ਲਿਖੀ, ਜਿਹਦੇ ਵਿੱਚ ਲਿਖਿਆ ਕਿ ਤੁਸੀਂ ਮੈਨੂੰ ਦੱਖਣ ਆ ਕੇ ਮਿਲੋ, ਔਰ ਜਿਨ੍ਹਾਂ ਨੇ ਤੁਹਾਡੇ ਨਾਲ ਜ਼ੁਲਮ ਕੀਤਾ ਹੈ ਉਹਨਾਂ ਅਪਰਾਧੀਆਂ ਲਈ ਤੁਸੀਂ ਆਪ ਹੀ ਯੋਗ ਦੰਡ ਤਜਵੀਜ਼ ਕਰੋ। ਕੀ ਇਹਦਾ ਅਰਥ ਇਹ ਵੀ ਨਿਕਲਦਾ ਕਿ ਗੁਰੂ ਸਾਹਿਬ ਕਹਿੰਦੇ ਕਿ ਤੂੰ ਜਿੱਤ ਕੇ ਵੀ ਹਾਰ ਗਿਆ ਤੇ ਮੈਂ ਹਾਰ ਕੇ ਵੀ ਜਿੱਤ ਗਿਆ? ਉਹ ਤਾਂ ਜਿੱਤ ਕੇ ਹਾਰਿਆ, ਕਿਉਂਕਿ ਉਹਦੀ ਰਾਤ 'ਚ ਜ਼ੁਲਮ ਹੋਇਆ, ਨਾਮ ਤਾਂ ਉਹਦੀ ਲੱਗੂਗਾ ਨਾ। ਅਗਰ ਕੋਈ ਅੱਜ ਜ਼ੁਲਮ ਹੁੰਦਾ ਕਿਸੇ ਤਾਂ ਇਹ ਮੇਰਾ ਸਵਾਲ ਤਾਂ ਕਰਕੇ ਸੀ ਕਿਉਂਕਿ ਤੁਸੀਂ ਕਹਿ ਰਹੇ ਸੀ ਕਿ ਸਾਜ਼ਿਸ਼ ਦੇ ਪਿੱਛੇ ਪਹਾੜੀ ਰਾਜੇ ਨੇ। ਜੇ ਹੁੰਦੇ ਫਿਰ ਗੁਰੂ ਸਾਹਿਬ ਔਰੰਗਜ਼ੇਬ ਨੂੰ ਕਿਉਂ ਇਹ ਗੱਲ ਕਹਿੰਦੇ ਕਿ ਤੂੰ ਜਿੱਤ ਕੇ ਵੀ ਹਾਰ ਗਿਆ? ਉਹ ਇਹ ਕਹਿੰਦੇ ਤੂੰ ਤੋਹੀਦ ਪ੍ਰਸਤ ਹੈ, ਮੈਂ ਵੀ ਇੱਕ ਰੱਬ ਨੂੰ ਮੰਨਣ ਵਾਲਾ, ਤੂੰ ਵੀ ਇੱਕ ਰੱਬ ਨੂੰ ਮੰਨਣ ਵਾਲਾ, ਤੇਰੇ ਬੰਦਿਆਂ ਨੂੰ ਚਾਹੀਦਾ ਮੇਰੀ ਸਪੋਰਟ ਕਰਦੇ। ਬਲਕਿ ਉਹਨਾਂ ਨੇ ਉਲਟਾ ਉਹਨਾਂ ਦੀ ਸਪੋਰਟ ਕੀਤੀ ਹੈ
ਜਿਵੇਂ ਤੁਹਾਨੂੰ ਮੇਰੇ ਨਾਲ ਪਿਆਰ ਹੁੰਦਾ, ਇੱਕ ਲਗਾਅ ਹੁੰਦਾ ਵੀ ਤੁਸੀਂ ਮੇਰੀ ਸਪੋਰਟ ਨਹੀਂ ਕੀਤੀ, ਸਮਝੇ ਨਹੀਂ। ਇਸ ਲਈ ਮੈਂ ਆਖਰ 'ਚ ਬੇਨਤੀ ਕਰੂੰਗਾ ਵੀ ਜਿੱਥੇ ਹਰ ਸਾਲ ਸੂਬੇ ਸਰਹੰਦ ਨੂੰ ਲਾਹਨਤਾਂ ਪਾਈਆਂ ਜਾਂਦੀਆਂ ਨੇ, ਉੱਥੇ ਇਸ ਘਟਨਾ ਦੇ ਮਾਸਟਰਮਾਈਂਡਸ ਪੰਮਾ ਪ੍ਰੋਹਤ, ਪਹਾੜੀ ਰਾਜੇ, ਦੀਵਾਨ ਸੁੱਚਾਨੰਦ ਤੇ ਗੰਗੂ ਦੁਸ਼ਟ ਨੂੰ ਵੀ ਲਾਹਨਤਾਂ ਪਾਉਣੀਆਂ ਜ਼ਰੂਰੀ ਨੇ। ਨਹੀਂ ਤਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਇਹ ਇਨਸਾਫ ਅਧੂਰਾ ਹੈ, ਅਧੂਰਾ ਹੈ, ਅਧੂਰਾ ਹੈ। ਕਈ ਮੈਨੂੰ ਦੋਸਤ ਕਹਿ ਦਿੰਦੇ ਆ ਕਿ ਗੰਗੂ ਦੇ ਪਿੱਛੇ ਬ੍ਰਾਹਮਣ ਨਾ ਲਾਇਆ ਕਰੋ, ਸਾਰੇ ਬ੍ਰਾਹਮਣਾਂ ਨੂੰ ਤੁਸੀਂ ਚਲੋ ਗੰਗੂ ਦੁਸ਼ਟ ਕਿਹਾ, ਤੁਸੀਂ ਦੁਸ਼ਟ ਹੀ ਕਿਹਾ। ਹਾਲਾਂਕਿ ਮੈਨੂੰ ਯਾਦ ਆ ਗਈ ਇਹ ਗੱਲ। ਮੈਨੂੰ ਬੜੇ ਲੋਕ ਮੈਸੇਜ ਕਰ ਦਿੰਦੇ ਆ ਫੇਸਬੁੱਕ ਤੇ ਕਿ ਭਾਈ ਸਾਹਿਬ ਗੰਗੂ ਦੇ ਪਿੱਛੇ ਬ੍ਰਾਹਮਣ ਨਾ ਵਰਤਿਆ ਕਰੋ, ਸਾਰੀ ਬ੍ਰਾਹਮਣ ਬਰਾਦਰੀ ਨੂੰ ਲਾਹਨਤਾਂ ਪੈ ਜਾਂਦੀਆਂ, ਇਸ ਕਰਕੇ ਕੱਲਾ ਗੰਗੂ ਕਹਿ ਦਿਆ ਕਰੋ। ਤੁਸੀਂ ਦੁਸ਼ਟ ਕਿਹਾ। ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਆਪਣਾ। ਸੋ ਇਹ ਨਸੀਰ ਅਖਤਰ ਸਾਹਿਬ ਦੀ ਆਪਣੀ ਰਿਸਰਚ ਹੈ। ਇਹਨਾਂ ਦੇ ਜੋ ਵੀ ਵਿਚਾਰ ਨੇ, ਸਹਿਮਤੀ ਜਾਂ ਅਸਹਿਮਤੀ ਉਹਨਾਂ ਦੇ ਨਾਲ ਹੋ ਸਕਦੀ ਹੈ, ਤੁਹਾਡੀ ਵੀ ਹੋ ਸਕਦੀ ਹੈ, ਸਾਡੀ ਵੀ ਹੋ ਸਕਦੀ ਹੈ, ਪਰ ਨਿਰੋਲ ਇਹ ਕਹਿ ਰਿਹਾ ਕਿ ਇਹਨਾਂ ਦੀ ਜਿਹੜੀ ਇਤਿਹਾਸ ਦੀ ਖੋਜ ਹੈ ਉਸ ਦੇ ਉੱਤੇ ਪੂਰੇ ਵਿਚਾਰ ਕਰਕੇ ਇਹਨਾਂ ਨੇ ਅੱਜ ਦੀ ਇਸ ਇੰਟਰਵਿਊ ਜੋ ਤੱਥ ਪੇਸ਼ ਕੀਤੇ, ਨਾਲ ਹਵਾਲੇ ਵੀ ਦਿੱਤੇ ਨੇ, ਜਿੱਥੋਂ ਜੋ ਇਹਨਾਂ ਨੇ ਪੜ੍ਹਿਆ ਹੈ ਉਸ ਦੇ ਵੀ ਹਵਾਲੇ ਇਹਦੇ ਨਾਲ ਇਹ ਦਿੱਤੇ ਨੇ। ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ, ਨਹੀਂ ਲੱਗੇ ਤਾਂ ਲਾਹਨਤਾਂ ਸਾਨੂੰ ਵੀ ਪਾ ਦਿਓ, ਕਿਉਂਕਿ ਜ਼ਰੂਰੀ ਹੈ, ਕ੍ਰਿਟਿਸਿਜ਼ਮ ਵੀ ਬਹੁਤ ਜ਼ਰੂਰੀ ਹੈ। ਜੇ ਨਹੀਂ ਚੰਗਾ ਲੱਗੇ ਤਾਂ ਕੈਮਰਾ ਪਰਸਨ ਕਮਲ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਫਤਿਹਗੜ੍ਹ ਸਾਹਿਬ।